ਟੈਕਨੀਸ਼ੀਅਨਸ ਸਾਰੇ ਸ਼ੌਪ ਮੈਡੀਕਲ ਸਪੈਸ਼ਲਿਸਟ ਦੀ ਕਿੰਨੇ ਕੈਂਪਸ ਨੇ? ਜਿਵੇਂ ਆਪਣੇ ਟੋਟਲ ਡਿਸਟ੍ਰਿਕਟ 'ਚ ਹੀ 2 ਹੈ ਤੇ ਉਹ ਵੀ ਇੱਕ ਨਿਹਾਲ ਸਿੰਘ ਵਾਲਾ ਹੈ ਤੇ ਇੱਕ ਬਦਨੀ ਹੈ। ਇੱਥੇ ਆਪਣੇ ਸਿਵਲ 'ਚ ਖਾਲੀ ਪਈ ਹੈ ਮੈਡੀਕਲ ਸਪੈਸ਼ਲਿਸਟ ਦੀ ਪੋਸਟ, ਜਦੋਂ ਕਿ ਮਿਨੀਮਮ 4 ਹੋਣੇ ਚਾਹੀਦੇ, ਮਾਰਨਿੰਗ ਈਵਨਿੰਗ ਨਾਈਟ ਆਫ। ਬਾਗਾ ਪੁਰਾਣਾ ਦੇ ਵਿੱਚ ਕੁਝ ਵੀ ਨਹੀਂ ਹੈ। ਗੈਨੀ ਦਾ ਕਿੱਦਾਂ ਗਾਇਨੀ ਦੇ ਆਪਣੇ 3 ਡਾਕਟਰ ਹੈ ਪਰ ਤਿੰਨੇ NHM ਦੇ ਹੈ, ਮਤਲਬ ਜਿਹਨੂੰ ਰੈਗੂਲਰ ਡਾਕਟਰ ਕੋਈ ਨਹੀਂ ਹੈਗਾ, ਕੋਈ ਗਾਇਨੋਕੋਲੋਜਿਸਟ ਨਹੀਂ ਹੈ। ਚੌਥੇ ਵੀ ਹੈ, ਚੌਥੇ ਮੈਟਰਨਿਟੀ ਲੀਵ ਤੇ ਹੈ ਪਰ ਕੋਲ ਬੜੀ ਗੱਲ ਹੈ। ਹਾਂ ਸਾਰਾ ਹੀ ਸਟਾਫ ਸ਼ਾਰਟੇਜ ਕਰਕੇ ਮੇਨਲੀ ਉਹੀ ਅੱਛਾ ਗੱਲ ਇਹ ਹੈ। ਤਾਂ ਡਾਕਟਰ ਤੋਂ ਬਿਨਾਂ ਬਾਕੀ ਸਟਾਫ ਹੈ ਜਿਹੜਾ ਉਹਦੀ ਕੀ ਪੇਸ਼ੈਂਟ ਕੀ ਜਿਵੇਂ ਹੁਣ ਦੇਖੋ ਡਾਕਟਰ ਘੱਟ ਹੈ, ਫਿਰ ਸਟਾਫ ਨਰਸਾਂ ਘੱਟ ਹੈ, ਫਿਰ ਲੈਬ ਟੈਕਨੀਸ਼ੀਅਨਸ ਘੱਟ ਹੈ, ਰੇਡੀਓਗ੍ਰਾਫਰਸ ਵੀ ਕੁਝ ਘੱਟ ਹੈ, ਫਿਰ ਫੀਲਡ ਦੇ ਵਿੱਚ ANMs ਘੱਟ ਹੈ, ਵਾਰਡ ਅਟੈਂਡੈਂਟਸ ਮਤਲਬ 152 ਚੋਂ 79 ਵਾਰਡ ਅਟੈਂਡੈਂਟਸ ਦੀਆਂ ਪੋਸਟਾਂ ਖਾਲੀ ਹੈ, ਜਿਹਨੂੰ ਆਪਾਂ ਮੈਨੂੰ ਹਸਪੀਟਲ ਦੇ ਨਾਲ ਸਾਫ ਸਫਾਈ ਦਾ ਬੜਾ ਸਿੱਧਾ ਸੰਬੰਧ ਆ ਤੇ ਮੈਂ ਪਿਛਲੇ ਦਿਨਾਂ ਦੇ ਵਿੱਚ ਆਇਆ ਸੀ ਤੁਹਾਡੇ ਗੈਲੀ ਦੇ ਵਿੱਚ, ਇੰਨੀ ਗੰਦਗੀ ਇੰਨੀ ਬਦਬੂ ਮਾਰੀ ਸੀ, ਮੇਰਾ 1 ਮਿੰਟ ਲਈ ਉੱਥੇ ਖੜਾ ਹੋਣਾ ਮੁਸ਼ਕਲ ਹੋ ਗਿਆ ਤੇ ਮੈਂ ਤੁਰੰਤ ਨੀਚੇ ਆਇਆ। ਔਰ ਜਿਹੜੀ ਲੇਡੀ ਨੇ ਬੱਚੇ ਨੂੰ ਜਨਮ ਦਿੱਤਾ, ਉਸ ਲੇਡੀ ਵਾਸਤੇ ਜਿਹੜਾ ਉਹ ਬੱਚਾ ਉਹਦੇ ਵਾਸਤੇ ਮਤਲਬ ਜਿਹੜਾ ਵਾਤਾਵਰਨ ਆ ਉਹ ਕਿੰਨਾ ਮਾੜਾ ਤੇ ਉਹ ਇੰਨੀ ਗੰਦਗੀ ਦਾ ਇਹਨੇ ਕਿਉਂ ਕਿੱਥੇ ਹੈ SMO ਸਿਵਲ ਹਸਪੀਟਲ ਕਿੱਥੇ ਹੈ? ਡਾਕਟਰ ਸਾਹਿਬ ਐਕਚੁਅਲੀ ਇਹਦਾ ਸਿਵਲ ਹਸਪੀਟਲ ਦਾ ਨਾ ਅਸੀਂ ਸੈਨੀਟੇਸ਼ਨ ਦਾ ਕੰਟਰੈਕਟ ਜਿਹੜਾ ਆਊਟਸੋਰਸ ਕੀਤਾ ਹੈ, ਉਹ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੇ ਕੀਤਾ ਹੋਇਆ ਹੈ। ਮਤਲਬ ਉਹ ਉੱਪਰੋਂ ਹੀ ਇਨੋਵੇਸ਼ਨ ਕੰਪਨੀ ਹੈ ਜਿਹੜੀ ਉਹਨਾਂ ਨੇ ਮਤਲਬ ਆਪਣੇ 32 EMPLOYEES ਰੱਖੇ ਹੋਏ ਆ ਨਾ, ਉਹਨਾਂ ਨੇ ਸਾਨੂੰ ਤਾਂ ਹਸਪਤਾਲ ਸਾਫ ਚਾਹੀਦਾ ਹੈ। ਹੁਣ ਇਹ ਮੈਂ ਵੀ ਗੱਲ ਕਰਨੀ ਸੀ ਕਿ ਦੇ ਆਰ ਨਾਟ ਡੂਇੰਗ ਅ ਸੈਟੀਸਫੈਕਟਰੀ ਮੈਂ ਇਹਦਾ ਪਰ ਰਿਸਪੌਂਸਿਬਿਲਟੀ ਉਹਨਾਂ ਦੇ ਕੇ ਆਪਾਂ ਉਹਦਾ ਪੱਲਾ ਝਾੜ ਨਹੀਂ ਸਕਦੇ, ਕਿਉਂਕਿ ਚੈੱਕ ਤਾਂ ਆਪਾਂ ਕਰਨਾ। ਨਹੀਂ ਅਸੀਂ ਲਿਖ ਕੇ ਵੀ ਦਿੱਤਾ ਹੈ, ਅੱਜ ਆਇਆ ਉਹ ਕੰਟਰੈਕਟ ਹਾਂ ਤੇ ਅਸੀਂ ਚੈੱਕ ਕਰਦੇ ਹਾਂ ਬਕਾਇਦਾ, ਫਿਰ ਅਸੀਂ ਉੱਪਰ ਲਿਖ ਕੇ ਦਿੱਤਾ ਉਹਨਾਂ ਨੂੰ ਵੀ ਇਹਨਾਂ ਦਾ ਕੰਮ ਸੈਟੀਸਫੈਕਟਰੀ ਨਹੀਂ, ਕਿਉਂਕਿ ਉਹਨਾਂ ਨੇ ਕੰਟਰੈਕਟ ਕੀਤਾ ਹੋਇਆ। ਪਰ ਅਸੀਂ ਹੁਣ ਬਾਰ-ਬਾਰ ਦੁਬਾਰਾ ਰੋਜ਼ ਰਾਉਂਡ ਕਰਦੇ ਹਾਂ, ਆਪਣੇ ਵੱਲੋਂ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਤੇ ਹੁਣ ਅੱਗੇ ਤੋਂ ਇਦਾਂ ਇਹ ਵੈਕੈਂਸੀਜ਼ ਨੇ ਸਾਰੀਆਂ, ਇਹ ਤੁਸੀਂ ਪਹਿਲਾਂ ਗਵਰਨਮੈਂਟ ਦੇ ਧਿਆਨ 'ਚ ਲੈ ਕੇ ਆਉਂਦੀਆਂ ਨੇ ਤੇ ਉੱਪਰੋਂ ਕੀ ਰਿਪਲਾਈ ਆ ਜਾਂਦਾ ਸੀਗਾ? ਕੋਈ ਰਿਪਲਾਈ ਨਹੀਂ ਆਇਆ। MLA ਸਾਹਿਬ ਸਾਡੇ ਕੋਲ ਪਿਛਲੇ 5 ਸਾਲ ਸਿਵਲ ਹਸਪੀਟਲ ਦੇ ਵਿੱਚ ਇੱਕ ਵੀ ਡਾਕਟਰ ਨਹੀਂ ਆਇਆ, ਇੱਕ ਵੀ ਡਾਕਟਰ ਪਿਛਲੇ 5 ਸਾਲਾਂ ਦੇ ਵਿੱਚ। ਧਰਮ ਦੇਖੋ ਮੇਰੇ ਕੀ ਹੁੰਦਾ ਕਿੰਨੇ ਬੈੱਡ ਦਾ ਹੀ ਧਰਮਕੋਟ? ਧਰਮਕੋਟ PHC ਹੈ, ਉਹਦੇ ਚ 30 ਬੈਡਡ PHC ਹੈ। 30 ਬੈੱਡ। ਹਾਂ 30 ਬੈਡਡ ਹੈ ਨਹੀਂ ਧਰਮਕੋਟ। 30 ਨਹੀਂ ਹੈ, PHC ਹੈ, CHC 30 ਹੁੰਦੀ ਹੈ। PHC ਉੱਥੇ ਜੇ ਐਕਸਟੈਂਡ ਕੀਤੀ ਸੀਗੀ ਉਹ 15 ਬੈਡਡ ਹੈ ਮੇਰਾ ਖਿਆਲ। ਉਹ ਜਿਹੜਾ ਸਾਨੂੰ ਮਿਲਦਾ ਉਹਦਾ ਨਾ ਪ੍ਰਪੋਜ਼ਲ ਗਿਆ ਹੋਇਆ ਫॉर ਸਬ ਡਿਵੀਜ਼ਨਲ ਹਸਪੀਟਲ। ਪੋਸਟਾਂ ਨਹੀਂ ਮੈਡਮ ਵਧੀਆ ਸਬ ਡਿਵੀਜ਼ਨ ਦੀ ਆਪਾਂ ਪ੍ਰਪੋਜ਼ਲ ਐਂਬੂਲੈਂਸ ਟੋਟਲ ਕਿੰਨੀਆਂ ਨੇ ਤੁਹਾਡੇ ਜ਼ਿਲ੍ਹਾ ਮੋਗਾ ਦੇ ਵਿੱਚ? ਸਾਰੇ ਜ਼ਿਲ੍ਹੇ ਚ 8 ਹੈ। ਤਾਂ 8 ਦੀ ਹਾਲਤ ਕਿੱਦਾਂ ਦੀ ਹੈ? 4 ਤਾਂ ਇੱਥੇ ਹੈ ਆਪਣੇ ਕੰਮ ਸਿਵਲ ਕਰਨ ਚ। ਯੋਗ ਹੈ ਜਾਂ ਨਹੀਂ? ਨਹੀਂ ਦੇਖੋ ਇੱਕ ਤਾਂ ALS ਹੈ ਜਿਹਨੂੰ ਐਡਵਾਂਸਡ ਲਾਈਫ ਸਪੋਰਟ ਕਹਿੰਦੇ ਆ ਹਨਾ, ਜਿਹਦੇ ਚ ਵੈਂਟੀਲੇਟਰ ਵਾਲੇ ਪੇਸ਼ੈਂਟ ਵੀ, ਉਹ ਤਾਂ ਸਾਡੇ ਕੋਲ ਕੋਵਿਡ ਦੇ ਵਿੱਚ ਹੀ ਆਈ ਹੈ, ਸੋ ਉਹ ਠੀਕ ਹੈ। ਬਾਕੀ 3 ਹੋਰ ਹੈ ਇੱਥੇ ਤੇ 3 ਸਾਡੀਆਂ ਫੀਲਡ ਦੇ ਵਿੱਚ ਹੈ। ਓਕੇ, ਉਹਨਾਂ ਦੇ ਡਰਾਈਵਰ ਵਗੈਰਾ ਪ੍ਰੋਪਰ ਹੈ ਜਾਂ ਮੌਕੇ ਦੀ ਪ੍ਰਬੰਧ ਕਰਨਾ ਪੈਂਦਾ? ਨਹੀਂ 8 ਦੇ ਤਾਂ ਹੈਗੇ ਹੈਗੇ ਆ, ਨੇ? ਹੈਗੇ ਆ। ਗਵਰਨਮੈਂਟ ਦੇ ਜਾਂ ਤੁਸੀਂ ਆਊਟਸੋਰਸ? ALS ਵਾਲੇ ਤਾਂ ਜਿਹੜੇ 108 ਵਾਲੇ ਹੀ ਚਲਾਉਂਦੇ ਆ, ਬਾਕੀ ਗਵਰਨਮੈਂਟ ਦੇ ਆ। ਠੀਕ ਹੈ, ਟੋਟਲ ਚਾਹੀਦੀਆਂ ਕਿੰਨੀਆਂ ਨੇ ਐਂਬੂਲੈਂਸ ਚਾਹੀਦੀ ਮੋਗੇ ਹੈ ਜ਼ਿਲ੍ਹੇ ਨੂੰ? ਦੇਖੋ ਤੁਸੀਂ ਜੇ 8 CHCs ਹੈ ਤਾਂ 8 ਦੀਆਂ 8 ਲਈ ਇੱਕ ਐਂਬੂਲੈਂਸ ਚਾਹੀਦੀ ਹੈ, ਫਿਰ PHC ਤੇ ਵੀ ਐਂਬੂਲੈਂਸ ਹੋਣੀ ਤਾਂ ਚਾਹੀਦੀ ਹੋਈ ਹੈ ਜੇ ਪੇਸ਼ੈਂਟ ਆਪਾਂ ਸ਼ਿਫਟ ਕਰਨਾ ਤਾਂ। ਇੱਕ ਵਾਰ ਜਦੋਂ ਪੇਸ਼ੈਂਟ ਆਉਂਦਾ, ਜ਼ਿਆਦਾਤਰ ਜਿਹੜੇ ਡਾਕਟਰ ਆ ਮੈਡੀਸਨ ਮਤਲਬ ਲਿਖਦੇ ਆ ਤੇ ਬਾਹਰੋਂ ਲੈਣੀ ਪੈਂਦੀ, ਬੜੀ ਮਹਿੰਗੀ ਮੈਡੀਸਨ ਆ ਤੇ ਲੋਕ ਮੈਡੀਸਨ ਲੈ ਨਹੀਂ ਸਕਦੇ। ਜਦੋਂ ਡਾਕਟਰ ਲਿਖਦਾ ਮਤਲਬ 20 ਦਿਨ ਦੀ ਲਿਖਤੀ, ਤੇ ਜਦੋਂ ਪੈਸੇ ਦੱਸਦੇ ਆ ਉਹ ਉਨੇ ਪੈਸੇ ਹੁੰਦੇ ਨਹੀਂ, ਫਿਰ ਉਹ ਕਹਿੰਦੇ ਚਲੇ ਜੀ ਇੱਕ ਪੱਤਾ ਦੇ ਦਿਓ, ਦਵਾਈ ਘਟਾ ਲੈਂਦੇ ਆ। ਤੇ ਇਹ ਵੀ ਤੁਸੀਂ ਸਾਡੇ ਵੱਲੋਂ ਤੁਹਾਨੂੰ ਅਪੀਲ ਆ ਕਿ ਤੁਸੀਂ ਇਹ ਜਿਹੜੇ ਮੈਡੀਕਲ ਸਟੋਰ ਵਾਲੇ ਤੁਹਾਡੇ ਜਿਹੜੇ ਬਾਹਰ, ਉਹਨਾਂ 'ਤੇ ਵੀ ਨੱਥ ਪਾਓ ਔਰ ਕੋਸ਼ਿਸ਼ ਕਰੋ ਜਿਹੜੀ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਮੈਡੀਸਨ ਉਹ ਹਸਪੀਟਲ 'ਚੋਂ ਦਿਓ। ਤੇ ਤੁਹਾਡੇ ਕੋਲ ਕੀ ਮੈਡੀਸਨ ਦਾ ਪ੍ਰੋਪਰ ਆ ਰਹੀ ਹੈ ਜਾਂ ਨਹੀਂ ਆ ਰਹੀ? ਨਹੀਂ ਮੈਡੀਸਨ ਸਾਡੇ ਕੋਲ ਆਉਂਦੀ ਹੈ, ਜਿਹੜੀ ਮਤਲਬ ਰੂਟੀਨ ਯੂਜ਼ ਲਈ ਹੁੰਦੀ ਹੈ, ਉਹ ਸਾਰੀ ਸਰਕਾਰ ਦੀ ਮੈਡੀਸਨ ਮੋਸਟਲੀ ਆਉਂਦੀ ਹੈ, ਕਦੇ ਵਾਰੀ ਸਟਾਕ ਆਊਟ ਹੁੰਦੀ ਹੈ। ਤੇ ਅਸੀਂ ਆਪਣੇ ਡਾਕਟਰਸ ਨੂੰ ਸਾਰੀਆਂ ਹਦਾਇਤਾਂ ਵੀ ਦਿੱਤੀਆਂ ਵੀ ਤੁਸੀਂ ਅੰਦਰ ਵਾਲੀ ਹੀ ਮੈਡੀਸਨ ਲਿਖਣੀ ਹੈ, ਜੇ ਬਾਈ ਚਾਂਸ ਅੰਦਰ ਨਾ ਅਵੇਲੇਬਲ ਹੋਵੇ ਫਿਰ ਜਨ ਔਸ਼ਧੀ ਤੋਂ ਲਿਖਣੀ ਹੈ। ਇਹ ਅਸੀਂ ਸਰ ਨੇ ਵੀ ਬੜੀ ਐਕਟਿਵਲੀ ਹੁਣ ਜਨ ਔਸ਼ਧੀ ਦਾ ਦੌਰਾ ਕੀਤਾ ਸੀ ਤੁਹਾਡੇ ਪਰਸੋਂ। ਕੋਲ ਪੂਰਾ ਰੈਕੋਰਡ ਤੇ ਹੈਗਾ ਇਹ ਵੀ ਕਿਤੇ ਮੈਡੀਸਨ ਜਾਂਦੀ ਆ, ਮਤਲਬ ਕਈ ਇਦਾਂ ਵੀ ਹੁੰਦਾ ਵੀ ਮੈਡੀਸਨ ਤਾਂ ਆ ਜਾਂਦੀ ਆ ਪਰ ਮੈਡੀਸਨ ਬਾਹਰ ਕਿਤੇ ਚਲ ਜਾਂਦੀ, ਇੱਥੋਂ ਪਰਚੀ ਬਣਾ ਕੇ ਦੇ ਦਈਦੀ ਆ, ਇਦਾਂ ਦਾ ਕੋਈ ਤੁਹਾਡੇ ਪਹਿਲਾਂ ਧਿਆਨ 'ਚ ਆਈ ਕੋਈ ਸ਼ਿਕਾਇਤ? ਹਲੋ
ਜਿਵੇਂ ਸਾਡੇ ਲੋਕਲ ਗਰਾਊਂਡ ਤੇ ਤੁਸੀਂ ਵਿਜ਼ਿਟ ਕੀਤਾ ਹੋਣਾ ਕਦੇ ਵੀ ਮਤਲਬ ਪਰਚੀ ਬਾਹਰ ਵਾਲੀ ਮੈਡੀਸਨ ਦੀ ਲਿਖੀ ਹੋਈ ਹੈ ਹਾਂਜੀ ਜਿਵੇਂ ਜਿਹੜੀਆਂ ਹਸਪੀਟਲ 'ਚ ਮੈਡੀਸਨ ਆਉਂਦੀਆਂ ਨੇ ਹਾਂ, ਹਾਂ। ਉਹ ਇੱਥੋਂ ਬੜੇ ਜਗ੍ਹਾ ਤੇ ਜਿਹੜੇ ਗਵਰਨਮੈਂਟ ਡਾਕਟਰ ਨੇ ਉਹ ਕਹਿ ਦਿੰਦੇ ਨੇ ਕਿ ਸਾਡੇ ਕੋਲ ਮੈਡੀਸਨ ਹੈ ਨਹੀਂ, ਉਹ ਬਾਹਰੋਂ ਲੈ ਲੈਂਦੇ ਨੇ ਲੋਕ ਪੈਸਿਆਂ ਦੀ ਲੈਂਦੇ ਨੇ, ਬਟ ਐਕਚੁਅਲੀ ਉਹਨਾਂ ਕੋਲ ਮੈਡੀਸਨ ਹੁੰਦੀ ਆ। ਕਹਿੰਦੇ ਨੇ ਕਹਿਣ ਤੋਂ ਭਾਵ ਉਹ ਮੈਡੀਕਲ ਸਟੋਰਾਂ ਤੇ ਮੇਰੀ ਇਸ ਤਰ੍ਹਾਂ ਮੇਰੇ ਕੋਈ ਚਲੋ, ਸ਼ਿਕਾਇਤ ਤਾਂ ਨਹੀਂ ਆਈ, ਪਰ ਆਪਾਂ ਇਸ ਤਰ੍ਹਾਂ ਡਾਕਟਰ ਅਤਰੀ ਆਪਾਂ ਇਹ ਕੇਅਰਫੁਲ ਰਹਿਣਾ। ਵੈਸੇ ਤਾਂ ਉੱਥੇ ਜਦੋਂ ਡਿਸਪੈਂਸਰੀ 'ਚ ਜਾਂਦਾ ਹੈ ਤਾਂ ਉਹ ਨਾਟ ਅਵੇਲੇਬਲ ਐਨਏ ਲਿਖਦਾ ਹੈ ਫਾਰਮਾਸਿਸਟ, ਬਟ ਫੇਰ ਵੀ ਜੇ ਤੁਹਾਡੇ ਹੈਗੀ ਕੋਲ ਤਾਂ ਵੀ ਇਦਾਂ ਦਾ ਹੈ ਰੈਕੋਰਡਸ ਪੂਰੀ, ਤੁਸੀਂ ਉਹ ਬੁੱਕ ਤੇ ਤਾਂ ਕਰਦੇ ਹੋਵੋਗੇ, ਕੋਈ ਡੇ ਐਂਡ ਕਰਦੇ ਹੋਵੋਗੇ, ਉੱਥੇ ਤੁਹਾਡਾ ਪੂਰਾ ਨੋਟ ਤਾਂ ਹਾਂ, ਹੋਊਗਾ ਹੀ ਹਾਂ, ਇਹ ਕਿ ਸਾਰਾ ਕਿੰਨੀ ਤੁਹਾਡੇ ਕੋਲ stock- ਮੈਡੀਸਨ ਆ ਗਈ। ਹਾਂ ਇਹ ਸਾਰਾ ਫਾਰਮਾਸਿਸਟ ਹੈਗਾ ਸਿਸਟਮ ਡਾਕਟਰ ਅਤਰੀ ਉਹਨੂੰ ਮੰਗਵਾ ਲਓ, ਜਿਹੜਾ ਸਟੋਰ ਕੀਪਰ ਹੈ ਸਿਵਲ ਹਸਪੀਟਲ ਦੇ Live ਮੈਡਮ ਫਾਰਮਾਸਿਸਟ check ਕਰ ਨੂੰ, ਲਈਏ। ਉਹਨਾਂ ਨੂੰ ਕੋ ਰਿਕਾਰਡ ਲਿਆ ਆਵੇ ਆਪਣਾ ਸਟਾਕ ਦਾ। ਤੁਹਾਡੇ ਵੈਂਟੀਲੇਟਰ ਵੈਂਟੀਲੇਟਰ ਇੱਕ ਵੀ ਨਹੀਂ ਪੂਰੇ ਜ਼ਿਲ੍ਹੇ ਦੇ ਵਿੱਚ ਹੈ ਨਹੀਂ, ਮਤਲਬ ਸਰਕਾਰੀ ਅਦਾਰਿਆਂ 'ਚ ਨਹੀਂ ਹੈ। ਆਹ ਤੁਹਾਡੇ ਸਰਕਾਰੀ ਹਸਪੀਟਲ ਕਿਸੇ ਦੇ ਵਿੱਚ ਨਹੀਂ। ਓਕੇ, ਡਿਮਾਂਡ ਕੀਤੀ ਤੁਸੀਂ ਗਵਰਨਮੈਂਟ ਕੋਲ? ਨਹੀਂ ਡਿਮਾਂਡ ਤਾਂ ਮੇਰੇ ਆਉਣ ਤੋਂ ਪਹਿਲਾਂ ਮੈਂ ਦਸੰਬਰ 'ਚ ਹੀ ਜੁਆਇਨ ਕੀਤਾ ਹੈ, ਮੈਨੂੰ ਇਹ ਪਤਾ ਲੱਗਿਆ ਸੀ ਵੀ ਆਏ ਸੀਗੇ ਉਰੇ ਕੋਵਿਡ ਦੇ ਵਿੱਚ, ਪਰ ਇਹਨਾਂ ਨੇ ਸੀਐਮਸੀ ਸ਼ਿਫਟ ਕਰਤੇ ਸੀ ਅੱਛਾ। ਕਿਉਂਕਿ ਆਈਸੀਯੂ ਸੈਟਅਪ ਕਰਨ ਲਈ ਬਹੁਤ ਕੁਝ ਚਾਹੀਦਾ ਹੁੰਦਾ ਹੈ। ਐਨਸਥੈਟਿਸਟ ਚਾਹੀਦੇ ਆ, ਪੰਜ ਮੈਡੀਕਲ ਸਪੈਸ਼ਲਿਸਟ ਚਾਹੀਦੇ ਆ, ਆਈਸੀਯੂ ਟ੍ਰੇਨਡ ਸਟਾਫ ਨਰਸਿਸ ਚਾਹੀਦੀਆਂ, ਆਈਸੀਯੂ ਟ੍ਰੇਨਡ ਸੈਨੀਟੇਸ਼ਨ ਸੁਪਰਵਾਈਜ਼ਰਸ ਚਾਹੀਦੇ ਆ, ਨਾਲ ਹੋਰ ਬੜੀ ਇਕਵਿਪਮੈਂਟ ਚਾਹੀਦੀ ਹੈ, ਕੋਈ ਏਬੀਜੀ ਐਨਾਲਾਈਜ਼ਰ ਹੈ, ਵੱਡੀਆਂ ਹੋਰ ਮਸ਼ੀਨਾਂ, ਕਿਉਂਕਿ ਉਹ ਤਾਂ ਤੇ ਉਹ ਸਾਰਾ ਸਿਸਟਮ ਉਰੇ ਸੈਟਅਪ ਕਰਨ 'ਚ ਆਪਣੇ ਮੋਗੇ ਹੈ ਨਹੀਂ ਸੀ। ਫਿਰ ਇਹਨਾਂ ਨੇ ਸੀਐਮਸੀ ਭੇਜਦੇ ਸੀਗੇ, ਮੈਡੀਕਲ ਕਾਲਜ ਫਰੀਦਕੋਟ ਭੇਜਦੇ ਜਿਹੜੇ ਪੂਰੇ ਅਲਾਟ ਹੋਏ ਸੀ। ਓਕੇ, ਇੱਕ ਨਾਲ ਮੈਮ ਜਿਸ ਤਰ੍ਹਾਂ ਐਮਐਲਏ ਸਾਹਿਬ ਕੀ ਹੈ ਕਿ ਕੰਸਟਰਕਸ਼ਨ ਚੱਲ ਰਹੀ ਹੈ, ਪੂਰਾ ਹਸਪੀਟਲ ਦਾ ਹੌਚ-ਪੌਚ ਹੋਇਆ ਪਿਆ ਕੰਮ। ਬਿਲਕੁਲ ਪਿਛਲੀ ਗਵਰਨਮੈਂਟ ਨੇ ਸ਼ੁਰੂ ਕਰਤਾ ਕੰਮ, ਸਿਵਲ ਸਰਜਨ ਆਫਿਸ ਦਾ ਹੁਣ ਮੈਡਮ ਬੈਠੇ ਨੇ ਜੀ। ਇਹ ਹਾਲਾਤ ਹੈ ਜਿਹੜੇ ਇਹਨਾਂ ਦੇ EMPLOYEES ਆ ਉਹਨਾਂ ਨੂੰ ਬਹਿਣ ਲਈ ਵੀ, ਜੇ ਕਿਸੇ ਨੇ ਕੰਮ ਆਫੀਸ਼ੀਅਲੀ ਆਣਾ ਹੈ, ਕਿਸੇ ਨੂੰ ਪਤਾ ਹੀ ਨਹੀਂ ਕੌਣ ਕਿੱਥੇ ਬੈਠਾ ਜੀ। ਉਧਰ ਜਿਹੜਾ ਉਹ ਆਪਣਾ OPD ਹੈ ਉੱਥੇ ਵੀ ਬੁਰਾ ਹਾਲ ਹੈ, ਕਿਉਂਕਿ ਮੇਰੀ ਕਈ ਵਾਰ ਆਪਾਂ ਮੈਮ ਨਾਲ ਗੱਲ ਕਰਦੇ ਹਾਂ ਜਾਂ ਐਸਐਮਓ ਸਾਹਿਬ ਨਾਲ ਕਰਦੇ ਹਾਂ, ਉਹ ਕਹਿੰਦੇ ਵੀ ਅਸੀਂ ਤਾਂ ਠੇਕੇਦਾਰ ਨੂੰ ਕਈ ਵਾਰ ਕਹਿੰਦੇ ਹਾਂ ਕਿ ਤੁਸੀਂ ਜਲਦੀ ਸਪੀਡ ਵਧਾਓ ਜਾਂ ਕੰਮ ਨਿਬੇੜੋ, ਪਰ ਨਹੀਂ ਨਿਬੜਦਾ ਜੀ। ਸੋ ਇਹਦੇ ਲਈ ਲੋਕਾਂ ਨੂੰ ਬਹੁਤ ਵੱਡੀ ਬਿਗ ਪ੍ਰੋਬਲਮ ਹੈ ਜੀ। ਪਿਛਲੇ 1 ਸਾਲ ਹੋ ਗਿਆ ਲਗਭਗ ਇੱਕ ਕੰਸਟਰਕਸ਼ਨ ਚੱਲ ਰਹੀ ਹੈ, ਉਹ ਸਾਰੀ ਇਕੱਠੀ ਚਲਾਤੀ। ਅਸੀਂ ਕੀ ਕਰ ਸਕਦੇ ਸਮਝੇ ਸਰ ਇਹਦੇ ਚ ਇਹ ਹੈ ਕਿ ਇਹਨੂੰ ਫਿਨਿਸ਼ ਕਰਾਇਆ ਜਾਏ, ਇਹਨੂੰ ਸਿਸਟਮੈਟਿਕਲੀ ਚਲਾਇਆ ਜਾਏ। ਕੋਈ ਇੱਕ ਕਮਰਾ ਉੱਧਰ ਚੱਲ ਰਿਹਾ, ਇੱਕ ਉੱਧਰ ਚੱਲ ਰਿਹਾ, ਇੱਕ ਉੱਧਰ ਚੱਲ ਰਿਹਾ। ਠੇਕੇਦਾਰ ਨੂੰ ਕਹੋ ਨਾ, ਕੌਣ ਹੈ? ਐਸਡੀਓ ਹੁੰਦਾ ਪੀਐਚਐਸਸੀ ਦਾ ਸੀ ਬੁਲਾਇਆ ਹੋਇਆ ਡਾਕਟਰ ਅਤਰੀ, ਉਹਨਾਂ ਨੂੰ ਕਹੋ ਜਿਹੜੇ ਕਰ ਰਹੇ ਹਨ ਨਾ ਆਪਣੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਐਸਡੀਓ ਦੇ ਅੰਡਰ। ਤੁਸੀਂ ਜਾ ਸਾਡੀ ਗੱਲ ਕਰਵਾਓ। ਇੱਕ ਜੋ ਮੈਮ ਪਾਣੀ ਦੀ ਦਿੱਕਤ ਆ ਰਹੀ ਹੈ ਨਾ, ਉਹਨਾਂ ਨੂੰ ਵੀ ਬੁਲਾ ਲਓ। ਪਾਣੀ ਦੀ ਬੜੀ ਵੱਡੀ ਦਿੱਕਤ ਹੈ, ਐਮਐਲਏ ਸਾਹਿਬ ਬਹੁਤ ਵੱਡੀ ਦਿੱਕਤ ਹੈ। ਸਾਫ ਸੁਥਰਾ ਪਾਣੀ ਹੈ ਨਹੀਂ। ਦੂਜੀ ਗੱਲ ਇੱਥੇ ਚੋਰੀਆਂ ਬਹੁਤ ਹੁੰਦੀਆਂ ਨੇ, ਉਹਦਾ ਵੱਡਾ ਕਾਰਨ ਓਟ ਸੈਂਟਰ ਦਾ ਸ਼ਿਫਟ ਹੋਣਾ ਬਹੁਤ ਜ਼ਰੂਰੀ ਹੈ। ਓਕੇ, ਤੀਜੀ ਗੱਲ ਹੈ, ਇੱਥੇ ਜਦੋਂ ਵੀ ਕੋਈ ਕੰਮ ਕਰਦਾ ਕੋਈ ਨਾ ਕਿਸੇ ਡਾਕਟਰ 'ਚ ਜਾਂ ਜਿਹੜਾ ਇੱਥੋਂ ਦਾ ਅਧਿਕਾਰੀ ਹੈ ਉਹ 'ਚ ਕੋਈ ਨਾ ਕੋਈ ਨੇਤਾ ਬੋਲਦਾ ਹੁੰਦਾ, ਬਸ ਹਟ ਜਾਣਗੇ ਜੀ, ਇਹ ਹਟਾਓ। ਇਹ ਹਟ ਗਏ ਜੀ। ਅੱਜ ਪਹਿਲਾਂ ਤਾਂ ਕਿਸੇ ਨਾ ਕਿਸੇ ਇੱਥੇ ਪਿੱਛੇ ਸਾਰਾ ਕੁਝ ਇਹੀ ਹੋਇਆ ਜੋ ਪਿੱਛੇ ਟਾਈਮ ਗਿਆ ਹੈ। ਮੋਗਾ ਜ਼ਿਲ੍ਹੇ ਦੇ 4 ਐਮਐਲਏ ਬੈਠੇ ਤੁਹਾਡੇ ਕੋਲ, ਹਾਂਜੀ ਠੀਕ ਹੈ ਨਾ? ਐਕਚੁਅਲੀ ਦਿੱਕਤ ਐਮਐਲਏ ਸਾਹਿਬ ਇਹੀ ਆਉਂਦੀ ਹੈ ਅੱਜ ਇਹ ਕਰੋ, ਅੱਜ ਤੋਂ ਸਟਾਰਟ ਆ, ਕਿਸੇ ਚੋਂ ਕੋਈ ਨੇਤਾ ਨਹੀਂ ਬੋਲੂਗਾ। ਕਾਰਨ ਇਹ ਜੇ ਠੀਕ ਹੈ ਨਾ? ਮੰਨ ਲਓ ਕੋਈ ਜਿਹਦੇ ਚੋਂ ਨੇਤਾ ਬੋਲੂਗਾ ਉਹ ਹਾਂਜੀ। ਮੋਗੇ ਜ਼ਿਲ੍ਹੇ 'ਚ ਨਹੀਂ ਰਹੂਗਾ, ਠੀਕ ਹੈ, ਬਸ ਇਹ ਚੀਜ਼ ਠੀਕ ਹੈ ਨਾ? ਹਟਾਓ। ਉਹ ਆਪਦੀ ਨੇਤਾਗਿਰੀ ਕਿਤੇ ਹੋਰ ਜਾ ਕੇ ਮੰਨ ਕਰੂਗਾ। ਲਓ ਅਧਿਕਾਰੀ ਹੈ ਜੀ, ਕੋਈ ਆਪਾਂ ਪ੍ਰੈਸ ਨੇ ਧਿਆਨ ਹਾਂ। ਲਿਆਂਦਾ, ਇਹ ਕੋਈ ਆਫੀਸ਼ੀਅਲੀ ਕਰਨਾ ਵੀ ਚਾਹੁੰਦੇ ਆ ਪਰ ਮਜਬੂਰ ਹੋ ਜਾਂਦੇ ਆ ਇੱਕ ਮਿੰਟ ਕਿਉਂਕਿ ਪ੍ਰੈਸ਼ਰ ਹੈ। ਤੁਸੀਂ ਇਹ ਗੱਲ ਦਿਮਾਗ 'ਚੋਂ ਕੱਢ ਦਿਓ ਨਹੀਂ, ਸਾਡੇ ਵੱਲੋਂ ਕਿ ਕੋਈ ਨੇਤਾ pressure ਨਹੀਂ ਦਿੱਤਾ ਜਾ ਰਿਹਾ। ਬੋਲਦਾ ਸੀ ਜਾਂ ਬੋਲੂਗਾ। ਅੱਜ ਤੋਂ ਬਾਅਦ ਜੇ ਨੇਤਾ ਕਿਸੇ ਨੇ ਬੋਲੂਗਾ ਤਾਂ ਉਹ ਕਿਸੇ ਹੋਰ ਜ਼ਿਲ੍ਹੇ ਐਮਐਲਏ ਸਾਹਿਬ, 'ਚ ਤੁਸੀਂ ਸਾਡੇ ਭਾਈਚਾਰੇ ਦੇ ਹੋ, ਲਿਓ ਨਾ। ਇੱਕ ਵਾਰੀ ਆਹ ਗੱਲ ਕਰਾਓ ਆਪਣਾ ਆ ਰਹੇ ਨੇ ਐਸਡੀ ਸਾਹਿਬ, ਐਸਡੀ ਸਾਹਿਬ ਆ ਰਹੇ ਨੇ। ਚਲੋ ਇੱਕ ਇਹ ਆ, ਇੱਕ ਵਾਰ ਅਸੀਂ ਨਾ ਜਦੋਂ ਇਲੈਕਸ਼ਨ ਲੜ ਰਹੇ ਸੀ ਸਟੇਜਾਂ ਤੇ ਬੋਲਦੇ ਹੁੰਦੇ ਸੀ ਕਿ ਦਿੱਲੀ ਦੇ ਵਿੱਚ ਚਾਹੇ 5000 ਦੇ ਟੈਸਟ ਆ, 50000 ਦੇ ਟੈਸਟ ਆ, ਫ੍ਰੀ ਆ, 5 ਲੱਖ ਦਾ ਇਲਾਜ ਆ, 50 ਲੱਖ ਦਾ ਇਲਾਜ ਆ, ਟੋਟਲ ਫ੍ਰੀ ਆ। ਤੇ ਸਾਡੇ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਅੱਗੇ ਮੋਟਰਸਾਈਕਲ ਸਕੂਟਰ ਖੜਾਉਣ ਦੇ 20 ਰੁਪਏ ਲੈਂਦੇ ਆ। ਇਹ ਅਸੀਂ ਬੋਲਦੇ ਰਹਿੰਦੇ ਆ। ਅਸੀਂ ਇਹ ਚੀਜ਼ਾਂ 'ਚ ਵੀ ਚਾਹੁੰਦੇ ਵੀ ਸੁਧਾਰ ਹੋਵੇ। ਜਿਹੜਾ ਤੁਹਾਡੇ ਇਹ ਕੀ ਫੀਸ ਇਹਨਾਂ ਦੀ? ਪਾਰਕਿੰਗ ਵਾਲਿਆਂ ਦੀ ਮੇਰੇ ਕੋਲ 5 and 20 ਹੈ, 5 2 ਵੀਲਰ ਦੀ ਹੈ ਤੇ 20 ਹੈਗੀ ਹੈ 4 ਵੀਲਰ ਦੀ। ਲੈਂਦੇ ਇੰਨੀ ਹੈ ਕਿ ਤੋਂ ਵੱਧ ਲੈਂਦੇ ਆ? ਇਹ ਨਹੀਂ ਮੈਨੂੰ ਪਤਾ ਲੈਂਦੇ। 10 ਰੁਪਏ ਲੱਗਦੀ 10 ਟੂ ਵੀਲਰ ਦੀ 20 ਕਾਰ 20 ਕਾਰ ਨਹੀਂ ਜਿਹੜੀਆਂ ਪੀਐਚਐਸਸੀ ਨਾਲ ਕੰਟਰੈਕਟ ਹੋਇਆ ਦੇਖੋ। ਮੇਰਾ ਹਿਸਾਬ ਨਾਲ ਉਹ 5 ਹੈ, 25 ਤੇ 10 ਲਿਖਿਆ ਹੋਇਆ। 10 ਹੀ ਹੈ, 10 ਹੀ ਹੈ। ਚਲੋ ਇਹਦੇ ਕੰਟਰੈਕਟ ਦੇ ਵਿੱਚ ਤੁਸੀਂ ਵੀ ਅਨਵੋਲਵ ਹੋਣ ਲਈ ਤਾਂ ਹੁਣ ਦੁਬਾਰਾ ਹੋਊਗਾ।
ਤੇ ਇਹਨਾਂ ਚੀਜ਼ਾਂ ਦਾ ਵੀ ਖਿਆਲ ਰੱਖਣਾ। Even ਕਈ ਵਾਰ dispute ਵੀ ਸਰ ਪੈਦਾ ਹੋ ਜਾਂਦਾ ਹੈ। ਦੇਖੋ ਇਸ ਕਾਰਨ ਦੇਖੋ ਅਸੀਂ ਇਹ ਕਿਹਾ ਕਿ ਪੰਜਾਬ ਦੇ ਵਿੱਚ ਟੋਟਲ ਜਿਹੜਾ ਇਲਾਜ ਆ ਉਹ ਮੁਫਤ ਕਰਾਂਗੇ। ਹੁਣ ਸਾਨੂੰ ਮੁਫਤ ਕਰਨ ਵਾਸਤੇ ਥੋੜਾ ਜਿਹਾ ਸਮੇਂ ਦੀ ਜ਼ਰੂਰਤ ਆ, ਠੀਕ ਹੈ ਨਾ। ਇਸ ਕਰਕੇ ਜਿੰਨਾ ਕੁ ਸਾਨੂੰ ਥੋੜਾ ਜਿਹਾ ਸਮਾਂ ਲੱਗਦਾ ਉਨੀ ਦੇਰ ਤੱਕ ਮੈਂ ਤੁਹਾਨੂੰ ਆਪਣੇ ਵੱਲੋਂ ਸਾਡੇ ਮੇਰੇ ਕਲੀਗਸ ਬੈਠੇ ਨੇ ਇਹਨਾਂ ਵੱਲੋਂ ਤੁਹਾਨੂੰ ਅਪੀਲ ਕਰਦਾ ਵੀ ਤੁਸੀਂ ਪੂਰੇ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਤੁਹਾਡੇ ਹਸਪੀਟਲ ਨੇ ਡਿਸਪੈਂਸਰੀਜ਼ ਨੇ ਉਹਨਾਂ ਦੇ ਵਿਜ਼ਿਟ ਕਰੋ, ਔਰ ਤੁਹਾਡੇ ਵਿਜ਼ਿਟ ਦਾ ਸਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਵਿਜ਼ਿਟ ਕਰ ਰਹੇ ਹੋ। ਅਸੀਂ ਤੁਹਾਡੇ ਨਾਲ ਜਾਵਾਂਗੇ। ਹਾਂ, ਤੁਹਾਨੂੰ ਜਿਹੜਾ ਤੁਹਾਡਾ ਪ੍ਰੋਪਰ ਗਵਰਨਮੈਂਟ ਦਾ ਰੈਕੋਰਡ ਹੈ, ਤੁਹਾਡਾ ਰੈਕੋਰਡ ਉਹਦੇ ਨਾਲ ਮੈਚ ਹੋਵੇ, ਮੈਡੀਸਨ ਦਾ ਮੈਚ ਹੋਵੇ, ਕਲੀਨਿੰਗ ਦਾ ਜੋ ਵੀ ਆ ਉਹ ਸਾਰਾ ਕੁਝ ਮੈਚ ਹੋਵੇ। ਤੇ ਚਲੋ ਅੱਜ ਤਾਂ ਅਸੀਂ ਫਸਟ ਵਿਜ਼ਿਟ ਤੇ ਆਏ ਆ, ਤੇ ਜਦੋਂ ਅਸੀਂ ਨੈਕਸਟ ਟਾਈਮ ਆਵਾਂਗੇ ਉਦੋਂ ਦੱਸ ਕੇ ਨਹੀਂ ਆਵਾਂਗੇ, ਕਿਸੇ ਨੂੰ ਸਰ ਵੀ ਨਾਲ ਨਹੀਂ ਆਉਣਗੇ ਮੇਬੀ, ਤਾਂ ਇਕੱਲੇ ਆਵਾਂਗੇ। ਕੋਈ ਇਕੱਲਾ ਵੀ ਕਰ ਕੋਈ ਸਕਦਾ। ਪ੍ਰੋਬਲਮ ਆਈ ਫਿਰ ਉਹਦੇ ਤੁਸੀਂ ਰਿਸਪੌਂਸੀਬਲ ਹੋਵੋਗੇ, ਤੇ ਉਦੋਂ ਪਹਿਲਾਂ ਤੁਸੀਂ ਆਪਣਾ ਸਾਰਾ ਕੁਝ ਕਲੀਅਰ ਕਰ ਲਓ। ਤਾਂ just ਠੀਕ ਕਰ ਲਓ। ਇੱਕ ਟਾਈਮਿੰਗ ਸੈੱਟ ਕਰੀਏ ਪਾਸ ਟਾਈਮ ਤੁਹਾਡੇ ਡਾਕਟਰਸ ਆ ਉਹ ਠੀਕ ਟਾਈਮ ਤੇ ਹੋਣੇ ਚਾਹੀਦੇ ਆ, ਔਰ ਠੀਕ ਟਾਈਮ ਤੇ ਜਾਣੇ ਚਾਹੀਦੇ ਸਾਰਾ ਸਟਾਫ। ਜੇ ਤੁਹਾਡੇ ਤੇ ਕੋਈ ਪਹਿਲਾਂ ਪੋਲੀਟੀਕਲ ਪ੍ਰੈਸ਼ਰ ਸੀਗਾ ਉਹ ਸਾਡੇ 'ਚੋਂ ਹੁਣ ਨਹੀਂ ਆਊਗਾ। ਮਤਲਬ ਜੇ ਤੁਸੀਂ ਕਿਸੇ ਨੂੰ ਕਹਿੰਦੇ ਵੀ ਹੋ, ਜੇ ਤੁਹਾਨੂੰ ਆ ਜਾਂਦਾ ਫੋਨ ਪਾਈਏ ਕਿਉਂ ਕਹਿੰਦੇ ਹੋ, ਤਾਂ ਉਹ ਸਾਡੇ ਵੱਲੋਂ ਕੋਈ ਕਾਲ ਨਹੀਂ ਆਊਗੀ। ਤੁਸੀਂ ਆਪਣੇ ਲੈਵਲ ਤੇ ਜਿਹੜੀਆਂ ਤੁਹਾਡੀਆਂ ਪਾਵਰਸ ਨੇ ਉਹ ਪੂਰੀਆਂ ਵਰਤੋ। ਜੇ ਕੋਈ ਉਹਨਾਂ ਦੇ ਵਿੱਚੋਂ ਤੁਹਾਡੀ ਗੱਲ ਨਹੀਂ ਮੰਨਦਾ ਤੁਸੀਂ ਸਾਨੂੰ ਕਹੋ, ਫਿਰ ਅਸੀਂ ਆਪੇ ਮੈਮ ਦੇਖਾਂਗੇ ਕੀ ਕਰਨਾ। ਐਕਚੁਅਲ ਟਾਈਮਿੰਗ ਕੀ ਹੈ ਡਾਕਟਰ ਸਟਾਫ ਨਰਸ ਦੀ ਜਿਹੜੀ ਓਪੀਡੀ ਦੇਖਣ ਦੀ ਕਿੰਨੇ ਤੋਂ ਕਿੰਨੇ ਹੈ ਜੀ? 9 to 3 9 ਵਿੰਟਰ to 3 ਟਾਈਮਿੰਗਸ ਹੈ। ਹਾਂ, ਹੁਣ 16 ਅਪ੍ਰੈਲ ਤੋਂ 8 to 2 ਹੋ ਜਾਏਗਾ। ਸੋ April ਤੋਂ। ਜਿਹੜੀ ਟਾਈਮਿੰਗ ਆ ਇਹ ਠੀਕ ਹੋਣੀ ਚਾਹੀਦੀ ਹੈ। ਇੱਕ ਪ੍ਰੋਪਰ ਟਾਈਮ ਤੇ ਡਾਕਟਰ ਆਣੇ Okay, ਚਾਹੀਦੇ ਹੁਣ ਆ। ਤੱਕ ਸੰਬੰਧੀ ਔਰ ਲੈਟਰ staff ਪਹਿਲਾਂ ਹੀ ਕੱਢਤੀ ਹੈ, ਅੱਜ ਵੀ ਕੱਢੀ ਹੈ, ਕੱਢਦੇ ਵੀ ਰਹਿੰਦੇ ਆ ਤੇ ਅਸੀਂ ਇਨਫੋਰਸ ਵੀ ਕਰਦੇ ਆ, ਚੈਕਿੰਗ ਵੀ ਕਰਦੇ ਆ। ਹਾਂ, ਮੇਰੇ ਸਾਰੇ ਬਿਲਕੁਲ। ਆਫੀਸਰਸ ਇੱਕ ਨਾ ਮੈਮ ਔਰ ਜਿਹੜੇ ਤੁਹਾਡੇ ਡਾਕਟਰ ਜਾਂ ਸਟਾਫ ਮੈਂਬਰਸ ਨੇ ਜੇ ਕੋਈ ਕੁਤਾਹੀ ਕਰਨਗੇ ਤੇ ਉਹਨਾਂ ਨੂੰ ਤੁਸੀਂ ਵਾਰਨਿੰਗ ਦੇ ਦਿਓ ਵੀ ਤੁਹਾਨੂੰ ਚਾਂਸ ਨਹੀਂ ਮਿਲੇਗਾ। ਹੁਣ ਅੱਗੇ ਚੱਲਣਾ ਨਹੀਂ ਕੰਮ ਬਸ ਜੋ ਜੋ ਤੁਹਾਡੇ ਐਕਸ਼ਨ ਤੇ ਕੋਈ ਉਸ ਤੋਂ ਬਾਅਦ ਉਹਨੂੰ ਕੋਈ ਕੱਟ ਨਹੀਂ ਕਰੂਗਾ, ਜੋ ਤੁਸੀਂ ਕਰਤਾ। ਬਟ ਜੇ ਫਿਰ ਵੀ ਉਹ ਕੰਮ ਨਹੀਂ ਕਰਨਗੇ ਤੇ ਫਿਰ ਤੁਸੀਂ ਰਿਸਪੌਂਸਿਬਲ ਡਾਕਟਰ ਅਮਨ ਕਿਸੇ ਇੱਕ ਦਾ ਜਦੋਂ ਕੋਈ ਕੇਸ ਆਉਂਦਾ, ਐਕਸੀਡੈਂਟ ਕੇਸ ਆਉਂਦਾ, ਰਾਤ ਨੂੰ ਆਉਂਦਾ, ਐਮਰਜੈਂਸੀ ਚ ਲੈ ਲੈਂਦੇ ਆ ਤੇ ਈਵਨ ਕਿ ਉਹਦਾ ਇੱਥੇ ਮਤਲਬ ਟ੍ਰੀਟਮੈਂਟ ਹੋ ਵੀ ਜਾਂਦਾ, ਆਪਾਂ ਨੂੰ ਪਤਾ ਵੀ ਹੋ ਜਾਊਗਾ ਉਹਦਾ ਟ੍ਰੀਟਮੈਂਟ, ਬਟ ਫੋਰਸਲੀ ਉਹਨੂੰ ਫਰੀਦਕੋਟ ਰੈਫਰ ਕਰ ਦਿੰਦੇ ਆ। ਰੈਫਰਡ ਹੀ ਹੈ ਜ਼ਿਆਦਾ system। ਇੱਕ ਉਹ ਮੈਂ ਨਹੀਂ ਹੋਏਗਾ ਪਿਛਲੇ ਦਿਨਾਂ ਦੇ ਕਿ ਵਿੱਚ ਜਿੰਨੇ ਵੀ ਵੈਕੈਂਸੀਜ਼ ਇੱਥੇ ਵੇਕੈਂਟ ਪਈਆਂ ਨੇ ਨਾ ਉਹਨਾਂ ਨੂੰ ਜਲਦ ਤੋਂ ਜਲਦ ਫਿਲ ਕਰ ਮਤਲਬ ਐਮਰਜੈਂਸੀ ਜਿਹੜੀ ਰੈਫਰਡ ਹੈ ਜੀ ਮੈਮ ਜ਼ਿਆਦਾ ਆਪਾਂ mostly। ਟਰਾਮਾ ਸੈਂਟਰ ਸ਼ਿਫਟ ਕਰ ਸਕਦੇ Just first aid ਦਿਓ ਤੇ refer ਕਰੋ। ਹਾਂਜੀ, ਹਾਂਜੀ ਐਂ ਕਰਦੇ ਆ ਵੀ ਪੱਲਾ ਝਾੜ ਲਓ ਵੀ ਤੁਸੀਂ ਹਾਂ ਨਹੀਂ ਬਾਕੀ ਤਾਂ ਸਹੀ ਗੱਲ ਤੁਹਾਡੀ ਵੀ ਇਹ ਇਥੋਂ ਦਾ ਕੀ ਸੀਮਤ ਹੈ, ਇਹਦੋਂ ਹੈ ਬਿਲਡਿੰਗ ਨਹੀਂ। ਬਣੀ ਹੈ ਉੱਥੇ ਸ਼ਿਫਟ ਕਰ ਦਈਏ। ਨਹੀਂ ਫਿਰ ਉੱਥੇ ਆਪਣੇ ਕੋਲ ਸਟਾਫ ਨਹੀਂ ਆਣਾ ਹੈਗਾ, ਇੰਨਾ ਇਕਵਿਪਮੈਂਟ ਸਟਾਫ ਸਾਰਾ ਐਮਰਜੈਂਸੀ ਦਾ ਆਪਣਾ, ਇੱਥੇ ਤਾਂ ਆਪਣਾ ਉਹੀ ਸਟਾਫ ਹੋਰ ਕੰਮ ਵੀ ਨਾਲ ਕਰ ਸਕਦਾ। ਜੇ ਆਪਾਂ ਇੱਕ ਅਲੱਗ ਉਹ ਕਰਾਂਗੇ ਉਹਦੇ ਲਈ, ਜੇ ਅਲੱਗ ਸਟਾਫ ਤੇ ਇਕਵਿਪਮੈਂਟ ਆਏ ਫਿਰ ਆਪਾਂ ਦੈਨ ਵੀ ਕੈਨ ਡੂ। ਹਾਂਜੀ ਅਗਰ ਜਿਸ ਤਰ੍ਹਾਂ ਹੁਣ ਜੋ ਸਟਾਫ ਦੀਆਂ ਵੈਕੈਂਸੀਜ਼ ਪਈਆਂ ਹੈ ਨਾ ਤੇ ਸਟਾਫ ਨਰਸਿਸ ਦੀਆਂ ਵੀ ਹੈਗੀਆਂ, ਜਦੋਂ ਉਹ ਫਿਲ ਹੋ ਜਾਂਦੀਆਂ ਨੇ ਸਾਰੀਆਂ ਤੇ ਉਦੋਂ ਤੱਕ ਉਧਰ ਸ਼ਿਫਟ ਕਰ ਸਕਦੇ ਆ ਨਾ। ਠੀਕ ਹੈ, ਫਿਰ ਆਪਾਂ ਇੱਕ ਪ੍ਰਪੋਜ਼ਲ ਉਧਰਲਾ ਬਣਾ ਲੈਣਾ ਵੀ ਦਿਸ ਇਜ਼ ਦ ਥਿੰਗਸ ਵੀ ਨੀਡ ਟੂ ਸ਼ਿਫਟ ਦ ਟਰਾਮਾ ਉਹਦੇ ਨਾਲ ਸੈਂਟਰ। ਕੀ ਹੈ ਕਿ ਇੱਥੇ ਕਰਾਊਡ ਵੀ ਘਟ ਜਾਏਗਾ, ਟ੍ਰੈਫਿਕ ਦੀ ਜਿਹੜੀ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਉਹ ਵੀ ਥੋੜਾ ਜਿਹਾ ਉਹ ਹੋ ਜਾਏਗੀ ਹੈ ਨਾ। ਐਂਡ ਕਾਫੀ ਆਈ ਥਿੰਕ ਟਰਾਮਾ ਸੈਂਟਰ ਬਣਿਆ ਨਹੀਂ ਹੈ, ਬਿਲਡਿੰਗ ਨਹੀਂ ਕੰਸਟਰਕਟ ਹੋਈ, देयर हैज बीन लैंड हैज बीन अलॉटेड। ਆ ਸਟੋਕ ਹੈ ਮੇਰੇ ਕੋਲ ਖਾਲੀ ਪਈ ਹੈ। ਅੱਛਾ ਉੱਥੇ ਸ਼ਿਫਟ ਕਰਨਾ ਹੈ। ਹਾਂਜੀ ਓਕੇ, ਉੱਥੇ ਮੈਂ ਕਰ ਸਕਦੇ ਹਾਂ ਆਪਾਂ। ਤੁਸੀਂ ਚੈੱਕ ਕਰ ਸਕਦੇ ਤੁਸੀਂ ਤਾਂ ਇਹਨਾਂ ਦਾ ਰੈਕੋਰਡ ਐਸਡੀਓ ਆ ਗਏ, ਆਪਣੇ ਐਸਡੀਓ ਆ ਗਏ ਪੀਐਚਐਸਸੀ ਵਾਲੇ, ਪਾਣੀ ਦੀ ਪ੍ਰੋਬਲਮ ਦਾ ਪੁੱਛ ਰਹੇ ਸੀਗੇ। ਆ ਜਾਓ ਇੱਧਰ ਆ ਜਾਓ, ਇੱਧਰ ਆ ਜਾਓ। ਇਹਨਾਂ ਦਾ ਇਹ ਐਸਡੀਓ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ। ਓਕੇ ਇਹ ਤੁਹਾਡੇ ਇਸ ਹਸਪੀਟਲ ਦੇ ਵਿੱਚ ਪਾਣੀ ਦੀ ਬੜੀ ਪ੍ਰੋਬਲਮ ਆ। ਪੀਣ ਵਾਲੇ ਪਾਣੀ ਦੀ। ਸਾਫ ਸਫਾਈ ਦੀ ਪਾਣੀ ਪ੍ਰੋਬਲਮ ਦੀ, ਕਿਉਂਕਿ ਉਹ ਜਿਹੜਾ ਸਟਾਫ ਆ ਤੁਹਾਡੇ ਕੋਲੇ ਆਣਾ ਇਸ ਵੇਲੇ। ਨਹੀਂ ਸਟਾਫ ਇਹਨਾਂ ਦੇ ਅਸੀਂ ਤਾਂ ਇੱਥੇ ਮੇਨਟੇਨੈਂਸ ਆਪਾਂ ਕਰਦੇ ਹਾਂਜੀ ਸਾਡੇ ਕੋਲ ਹੁਣ ਮੇਨਟੇਨੈਂਸ ਦਾ ਕੰਮ ਅੱਛਾ ਮੇਨਟੇਨੈਂਸ ਦੇ ਵਿੱਚ ਕੀ ਕੁਝ ਹੁੰਦਾ ਜੀ? ਬਿਲਡਿੰਗਾਂ ਦੀ ਪੀਸ ਕਰਦੇ ਨੇ ਜੈਸੇ ਰਿਪੇਅਰ ਕਰਦੇ ਨਹੀਂ ਪਾਣੀ ਤਾਂ ਨਹੀਂ ਤੁਹਾਡੇ ਪਾਣੀ ਨਹੀਂ ਸੀਗਾ ਚਲੋ ਪਾਣੀ ਦੀ ਇਸ਼ੂ ਪਤਾ ਕੀ ਨਹੀਂ ਇੱਕ ਮਿੰਟ ਦੱਸੋ ਮੈਂ ਪਾਣੀ ਦੀ ਇਸ਼ੂ ਕੀ ਹੈ ਵੀ ਜਿਹੜੀ ਇਹ ਨਵੀਂ ਇੱਕ ਮਦਰ ਐਂਡ ਚਾਈਲਡ ਹਸਪੀਟਲ ਦੀ ਬਿਲਡਿੰਗ ਬਣੀ ਹੈ 50 ਬੈਡਡ, ਓਕੇ ਤੇ ਉਹ ਜਿਹੜਾ ਪਹਿਲਾਂ ਪਾਣੀ ਸਾਰੇ ਹਸਪਤਾਲ ਨੂੰ ਸਪਲਾਈ ਕਰ ਰਿਹਾ ਸੀਗਾ ਉਹੀ ਹੁਣ ਆਪਾਂ ਬਿਲਡਿੰਗ ਨਵੀਂ ਬਣਾਤੀ, ਉਹਦੇ ਪਾਣੀ ਦਾ ਅਲੱਗ ਬੋਰ ਵੀ ਨਹੀਂ ਕੀਤਾ ਗਿਆ ਤੇ ਜਨਰੇਟਰ ਵੀ ਨਹੀਂ ਅਲੱਗ ਹੈਗਾ। ਸੋ Okay. ਉਹ ਹੁਣ ਅਸੀਂ ਉਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਪਿਛਲੇ ਜੇ ਦਿਨਾਂ ਚ ਅਖਬਾਰਾਂ ਚ ਵੀ ਤੇ ਮਰੀਜ਼ ਬੜੇ ਪਰੇਸ਼ਾਨ ਹੋਏ, ਇਹ ਸਾਹਿਬ ਜਿਹੜੀ ਸੋ ਉਹ ਅਸੀਂ ਬੋਰ ਵਗੈਰਾ ਦਾ ਇਹਨਾਂ ਦਾ ਬਿਲਡਿੰਗ ਬਣ ਰਹੀ ਆ, ਉਹਨਾਂ ਦਾ ਟਾਈਮ ਬਹੁਤ ਹੋ ਗਿਆ। ਨਹੀਂ ਸਾਨੂੰ ਤਾਂ ਸਾਰੇ ਹਸਪਤਾਲ ਦਾ ਜਿਹੜਾ
ਢਾਂਚਾ ਬੜਾ ਤਹਿਸ ਨਹਿਸ ਹੋਇਆ ਪਿਆ, ਕੋਈ ਦਫ਼ਤਰ ਕਿਤੇ ਆ, ਕੋਈ ਦਫ਼ਤਰ ਕਿਤੇ ਆ। ਠੇਕੇਦਾਰ ਨੇ ਉਹਨਾਂ ਨੂੰ ਕਹਿ ਕੇ ਇਹ ਜਲਦੀ ਤੋਂ ਜਲਦੀ ਇਹ ਕਿੰਨਾ ਟਾਈਮ ਲੱਗੇਗਾ ਸਰ ਤੁਹਾਨੂੰ ਕੰਪਲੀਟ ਕਰਨ ਚ? ਬਵੀ ਆਇਆ ਬੜਾ ਬਹੁਤ ਵਧੀਆ ਪ੍ਰੋਜੈਕਟਰ ਤੁਸੀਂ ਠੇਕੇਦਾਰ ਹੋ? ਇਹ ਕੰਟਰੈਕਟ ਅੱਛਾ ਪੜ ਜਾਓਗੇ ਠੇਕੇਦਾਰ ਸਾਹਿਬ ਇੱਕ ਤਾਂ ਇਹ ਆ ਅਸੀਂ 4 ਐਮਐਲਏ ਦਾ ਇਸ ਮੋਗਾ ਦੇ 4 ਹਲਕਿਆਂ ਤੋਂ ਠੀਕ ਹੈ ਜੀ। ਇੱਕ ਤਾਂ ਜਿਹੜੇ ਹਸਪੀਟਲ ਦੇ ਤੁਸੀਂ ਬਿਲਡਿੰਗ ਬਣਾ ਰਹੇ ਹੋ ਉਹਦਾ ਰਿਪੇਅਰ ਰਿਪੇਅਰ ਕਰ ਰਹੇ ਹੋ ਇਹ ਜਲਦੀ ਖਤਮ ਕਰੋ ਕੀ ਟਾਈਮ ਬਾਉਂਡ ਕੀ ਹੈ? ਕੋਈ ਟਾਈਮ ਬਾਉਂਡ ਨਹੀਂ ਇਹ ਹੈਗਾ। 31 ਮਾਰਚ ਤੱਕ ਹੋ ਜੂਗੀ 31 ਮਾਰਚ ਦਾ ਆ ਗਈ ਜੀ। ਬਸ ਹੋ ਜਾਏਗੀ ਇੱਕ ਠੇਕੇਦਾਰ ਸਾਹਿਬ ਤੁਹਾਡੇ ਕੋਲ ਪ੍ਰੋਜੈਕਟ ਰਿਪੋਰਟ ਇਹਦੀ ਵੀ ਹੁੰਦੀ ਆ, ਪ੍ਰੋਜੈਕਟ ਰਿਪੋਰਟ ਹੁੰਦੀ ਆ, ਹੈਗੀ ਆ ਸਾਡੇ ਕੋਲ ਐਗਰੀ ਹੁੰਦੇ ਦੀ ਪ੍ਰੋਜੈਕਟ ਰਿਪੋਰਟ ਚਲ ਤੁਹਾਡਾ ਕਿੰਨਾ ਐਸਟੀਮੇਟ ਕਦੋਂ ਕੰਪਲੀਟ ਕਰਨੀ ਹੈ? ਹਾਂ ਉਹ ਵੀ ਨਹੀਂ ਟਾਈਮ ਹੈ ਜਿਹੜਾ ਦਾ ਟਾਈਮ ਡੇਟ ਆਫ ਕੰਪਲੀਸ਼ਨ 29 ਠੇਕੇਦਾਰ 12 ਸਾਹਿਬ ਤੁਸੀਂ ਬੜੇ ਲੰਬੇ ਸਮੇਂ ਤੋਂ ਕੰਮ ਕਰਦੇ ਹੋ ਜਿਹੜਾ ਹੁਣ ਤੁਸੀਂ ਬਿਲਡਿੰਗ ਬਣਾ ਰਹੇ ਹੋ ਰਿਪੇਅਰ ਕਰ ਰਹੇ ਹੋ ਹਾਂਜੀ ਹਾਂਜੀ ਉਹਦਾ ਜਿਹੜਾ ਮਟੀਰੀਅਲ ਆ ਹਾਂਜੀ ਹਾਂਜੀ ਉਹ ਵਧੀਆ ਪਾਉਣਾ ਠੀਕ ਔਰ ਹੈ। ਲੰਬਾ ਸਮਾਂ ਚੱਲਣਾ ਚਾਹੀਦਾ ਠੀਕ ਹੈ ਠੀਕ ਹੈ ਤੇ ਜੇ ਅਸੀਂ 5 ਸਾਲ ਰਹਿੰਦੇ ਆ 10 ਸਾਲ ਰਹਿੰਦੇ ਆ 15 ਸਾਲ ਰਹਿੰਦੇ ਆ ਕੋਈ ਪ੍ਰੋਬਲਮ ਆਉਂਦੀ ਆ ਤੇ ਉਹ ਸਾਰਾ ਅਸੀਂ ਚੈੱਕ ਕਰਵਾਵਾਂਗੇ ਠੀਕ ਹੈ, ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹਦੇ ਰਿਸਪੌਂਸੀਬਲ ਹੋਵੋਗੇ ਤੁਸੀਂ 31 ਮਾਰਚ ਤੇ ਇਹ ਨਾ ਹੋਵੇ ਫਿਰ ਤੁਹਾਡੇ ਕੋਲ ਭਰਪਾਈ ਕਰਾਉਣੀ ਨਹੀਂ ਪਊ। ਸਰ ਇਸ ਤਰ੍ਹਾਂ ਨਹੀਂ ਇਸ ਕਰਕੇ ਜੀ ਪਹਿਲਾਂ ਮਟੀਰੀਅਲ ਲਾਇਓ ਕਿਉਂਕਿ ਆਪਣਾ ਕੀ ਸਿਸਟਮ ਆ ਹੁਣ ਤੱਕ ਕੀ ਚੱਲ ਰਿਹਾ ਕਿ ਉਹਦੇ ਵਿੱਚੋਂ ਠੇਕਾ ਕਰ ਲਿਆ ਬਦਲੀ ਸੀਮੈਂਟ ਹੋਰ ਉਹਦੇ ਵਿੱਚੋਂ ਜਿੰਨੀ ਜ਼ਰੂਰਤ ਆ ਉਹਨਾਂ ਨਹੀਂ ਪਾਉਂਦੇ ਉਹ ਆਦਾ ਕਮਿਸ਼ਨ ਖਾ ਜਾਂਦੇ ਨੇ ਹੋਰ ਠੀਕ ਹੈ ਨਾ ਇਸ ਕਰਕੇ ਵੀ ਜਿਹੜਾ ਪ੍ਰੋਪਰ ਮਟੀਰੀਅਲ ਲੱਗਣਾ ਉਹ ਪ੍ਰੋਪਰ ਲੱਗਣਾ ਚਾਹੀਦਾ। ਜੀ ਤੁਸੀਂ ਕਮਿਸ਼ਨ ਦੀ ਗੱਲ ਕਰ ਰਹੇ ਹੋ, ਕਮਿਸ਼ਨ ਕਿੰਨਾ ਵਾਸਤੇ ਜੇ ਕੌਣ ਲੈ ਰਿਹਾ? ਰਾਜਨੀਤਿਕ ਲੋਕਾਂ ਦਾ ਹਿੱਸੇਦਾਰੀ ਹੁੰਦੀ ਸੀ ਹੁਣ ਤੱਕ ਉਹਨਾਂ ਨੇ ਲਿਆ। ਹੁਣ ਤੱਕ ਜਿਹਨੇ ਲੈ ਲਿਆ ਛੱਡੋ ਜੀ ਆਹ ਵਿੱਚ ਤੁਹਾਨੂੰ ਮੈਂ ਦੱਸ ਦਿੰਦਾ ਸਾਡੇ ਵੱਲੋਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਠੀਕ ਹੈ ਹੈ ਜੀ। ਕੋਈ ਤੁਹਾਡੇ ਤੇ ਦਬਾਅ ਨਹੀਂ ਹੋਊਗਾ ਕੋਈ ਕਮਿਸ਼ਨ ਨਹੀਂ ਮੰਗਿਆ ਜਾਊਗਾ ਨਾ ਅਸੀਂ ਖਾਣਾ ਤੇ ਨਾ ਖਾਣ ਦੇਣਾ ਕੰਮ ਦੀ ਕੁਆਲਿਟੀ ਬਸ ਚਾਹੀਦੀ। ਕੰਮ ਦੀ ਕੁਆਲਿਟੀ इसको ਚਾਹੀਦੀ कंप्लीट कर दो ਮੈਡਮ ਇਸ 31 ਤਰ੍ਹਾਂ मार्च। ਨਹੀਂ ਇਸ ਤਰ੍ਹਾਂ ਹੈ ਨਹੀਂ First week, ਇਹ 31st ਸਾਨੂੰ ਇਹ ਜਿਵੇਂ ਖਾਲੀ ਦੇ ਰਹੇ ਆ ਕਮਰਾ ਬਾਈ ਕਮਰਾ ਇਹ ਉਸ ਤਰ੍ਹਾਂ ਹੋ ਰਿਹਾ ਹੈ ਓਪੀਡੀ ਜਿਹੜੀ ਹੈ ਮਤਲਬ ਬੜੀ ਔਖੀ ਕੀਤੀ ਬਸ ਇਹਨੂੰ ਸਪੀਡ ਨਾਲ ਕਰਵਾਓ ਵੀ ਨਾ ਸਰ ਬਸ ਕੋਈ ਵੀ ਇੱਥੇ ਹੋਰ ਨਹੀਂ ਹੈ ਇਹ ਵੀ ਇਹ ਜਿਹੜੀ ਅਸੀਂ 3 ਮਹੀਨਿਆਂ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਰਿਪੋਰਟ ਦੇਣੀ ਹੈ ਬਿਲਕੁਲ ਸਹੀ ਗੱਲ ਠੀਕ ਹੈ ਉਹ ਰਿਪੋਰਟ ਤਾਂ ਦਿੱਤੀ ਜਾਊ ਜੇ ਤੁਹਾਡੇ ਕੰਮ ਨੇ ਸਰ ਤੇਜ਼ੀ ਅਸੀਂ ਨਾਲ ਆਏ ਸਹੀ ਤੁਹਾਡੇ ਗੱਲ। ਸੀਗਾ ਉਹਦੇ ਨਾਲ ਤੁਹਾਡੇ ਤੇ ਕੀ ਕੰਮ ਚੱਲ ਰਿਹਾ ਜੀ ਇੱਥੇ? ਹੁਣ ਇਹੀ ਰੁਪਿਆ ਜੀ ਕਿਤੇ ਲਾ ਲੱਗਦੀ ਹੈ ਜੀ ਕਿਤੇ ਕੁਝ ਬਸ ਮਾੜਾ ਮੋਟਾ ਜਾਈਏ। ਨੰਬਰ ਹਾਂ ਬਿਲਡਿੰਗ ਤਾਂ ਨਹੀਂ ਮਰ ਤੁਸੀਂ ਰਹੀ। ਆਪਣੇ ਨਹੀਂ, ਤੁਸੀਂ ਆਪਣੇ ਮਿਸਤਰੀਆਂ 'ਚ ਵਾਧਾ ਕਰੋ ਤੁਸੀਂ ਆਪਣੀ ਲੇਬਰ 'ਚ ਵਾਧਾ ਕਰੋ ਇਹਨੂੰ ਜਲਦੀ ਮੁਕੰਮਲ ਕਰਾਓ ਸਰ ਉਹਦੀ ਤੇ ਕੋਈ ਸਰ ਰਿਕਵੈਸਟ ਆ ਵੀ ਕੋਈ ਥੋੜੀ ਜਿਹੀ ਪ੍ਰੋਬਲਮ ਆ ਰਿਪੇਅਰ ਦੀ ਟਾਈਮ ਵੀ ਅਸੀਂ ਵੱਧ ਲਾ ਰਹੇ ਹਾਂ ਵੈਸੇ ਤਾਂ 29 12 ਸੀ ਕੰਪਲੀਟ ਹਾਂ ਇਹ ਚ ਪ੍ਰੋਬਲਮ ਵੀ ਕੋਈ ਵਰਕਿੰਗ ਹਾਲਤ ਚ ਹੋਣ ਕਰਕੇ ਨਾ ਸਭੀ ਜਿਵੇਂ ਅਸੀਂ ਸਾਨੂੰ ਕਮਰੇ ਵਾਈਜ਼ ਖਾਲੀ ਕਰਾਉਣਾ ਪੈਂਦਾ ਵੀ ਜਿਵੇਂ Room by ਐਮਰਜੈਂਸੀ ਦੇ room। ਵਿੱਚ ਕਰ ਰਹੇ ਹਾਂ ਕੰਮ ਦੋ ਬਸ ਕਮਰੇ ਮਿਲਦੇ ਗੱਲ ਇਹ ਹੈ ਜੀ ਉਸ ਠੀਕ ਹੈ ਠੀਕ ਹੈ ਵੀ ਜਲਦੀ ਤੋਂ ਜਲਦੀ ਕਰ ਦਿਓ ਫਰਤੀ ਠੀਕ ਹੈ ਸਰ ਹਾਂ ਠੀਕ ਹੈ ਤੁਸੀਂ ਤਾਂ ਹੀ ਰਿਪੋਰਟ ਪੇਸ਼ ਕਰ ਸਕੋਗੇ ਨਾ ਬਾਕੀ ਸਾਰੇ ਕੀ ਪ੍ਰੋਬਲਮ ਇਹ ਵੀ ਹੈ ਇੱਥੇ ਜੀ ਦੱਸੋ। ਇਹ ਨਹੀਂ 40 50 ਸਾਲ ਪੁਰਾਣੀਆਂ ਬਿਲਡਿੰਗਾਂ ਹੈਗੀਆਂ ਜੀ ਬਿਲਕੁਲ, no ਜਿਹੜਾ doubt। ਇਹਦਾ ਲੈਵਲ ਹੈ ਨਾ ਜੀ ਬਿਲਡਿੰਗਾਂ ਦਾ ਇਹਦਾ 2 ਫੁੱਟ ਸਰਾਊਂਡਿੰਗ ਲੈਵਲ ਨਾਲ ਬਾਹਰ ਦੇ ਲੈਵਲ ਨਾਲੋਂ ਨੀਵਾ ਜਦੋਂ ਕੋਈ ਮਤਲਬ ਪਾਣੀ ਪੂਣੀ ਆ ਜਾਂਦਾ ਇਹ ਅੰਦਰ ਆ ਜਾਂਦਾ ਜੀ ਸਾਰਾ ਸੀਵਰੇਜ ਦੇ ਥਰੂ ਨਾ ਜੀ ਫਿਰ ਉਹਦੀ ਬੜੀ ਪ੍ਰੋਬਲਮ ਆਉਂਦੀ ਹੈ ਮਤਲਬ ਪਾਣੀ ਕਢਾਓ ਹੋਰ ਕਰੋ ਸੀਵਰੇਜ ਦਾ ਪਾਣੀ ਅੰਦਰ ਆਣਾ ਦੇਖੋ ਜਿਹੜਾ ਤੁਹਾਡੇ ਕਰਨ ਵਾਲਾ ਉਹ ਤੁਸੀਂ ਕਰੋ ਹਾਂਜੀ। ਉਸ ਤੋਂ ਬਾਅਦ ਜਿਹੜੀਆਂ ਮੇਜਰ ਪ੍ਰੋਬਲਮ ਆ ਸਾਡੇ ਕਰਨ ਵਾਲੀ ਉਹ ਅਸੀਂ ਕਰਾਂਗੇ ਠੀਕ ਹੈ ਸਰ ਹੁਣ ਤੁਸੀਂ ਓਪੀਡੀ ਜਾਣ ਲੱਗੇ ਦੇਖ ਕੇ ਜਾਓ ਜੀ Okay, ਮਤਲਬ okay। ਬਾਹਰੋਂ ਫਰੰਟ ਦਾ ਕੋਈ ਗੱਲ ਨਹੀਂ। ਕਿੰਨਾ Okay ਜੀ। ਠੀਕ ਹੈ Thank ਸਿਵਲ ਹਸਪੀਟਲ ਪੀਐਚਸੀ ਸੀਐਸਸੀ ਜਿੰਨੀਆਂ ਵੀ ਹੈਗੀਆਂ ਉਹਨਾਂ ਦੇ ਬਾਹਰ ਸਿਵਲ ਸਰਜਨ ਐਸਐਮਓ ਜਿੰਨੇ ਵੀ ਹੈਗੇ ਵਿਧਾਨ ਸਭਾ ਹਲਕੇ ਉਹਨਾਂ ਜਿਹਨੇ ਪੀਐਚਸੀ ਸੀਐਸਸੀ ਉਹਨਾਂ ਦੇ ਕੰਟੈਕਟ ਨੰਬਰ ਸਰ ਜ਼ਰੂਰ ਹੋਣੇ ਚਾਹੀਦੇ ਆ। ਮਰੀਜ਼ ਇੱਥੇ ਆ ਕੇ ਸਰ ਇੰਨਾ ਖੱਜਲ ਹੁੰਦਾ ਕੋਈ ਫੋਨ ਨਹੀਂ ਪਿਕ ਕਰਦਾ ਜਾਂ ਜਿਨ੍ਹਾਂ ਦੇ ਲੈਂਡਲਾਈਨ ਨੰਬਰ ਆ ਲੈਂਡਲਾਈਨ ਤਾਂ ਵੈਸੇ ਵੀ ਨਹੀਂ ਚੱਲਦੇਗੇ ਉਹ ਦਿੱਤੇ ਹੋਏ ਆ ਸਰ ਉਹ ਜ਼ਰੂਰ ਕਰਵਾਓ ਇੱਕ ਵਾਰੀ ਉਹ ਬਾਹਰ ਫਲੈਕਸੀ ਲਾਉਣੀ ਹੈ ਇੱਕ ਨੰਬਰ ਦੇ ਕੇ ਜੀ ਲਵਾਵਾਂਗੇ ਜੀ ਲੱਗ ਲਵਾਵਾਂਗੇ ਜਾਏਗੀ ਸਰ। ਲੱਗੇਗੀ ਮੈਡਮ ਇਹ ਨੋਟ ਕਰੋ। ਬਕਾਇਦਾ ਨੰਬਰ ਹੋਊਗਾ ਅੱਛਾ ਮੈਂ ਜਿਹੜਾ ਇੱਥੇ ਬੈਠੂਗਾ ਡਿਊਟੀ ਤੇ ਇੱਕ ਵੀ ਫੋਨ ਮੈਸੇਜ ਨਹੀਂ ਹੋਣਾ ਚਾਹੀਦਾ ਠੀਕ ਹੈ। ਤੇ ਇੱਕ ਨਾ ਮੇਰੇ WhatsApp ਤੇ ਮੈਂ ਵੇਖੀ ਸੀ ਇੱਕ ਘਟਨਾ ਹੋਈ ਸੀ ਕੋਈ ਲੇਡੀ ਸੀ ਡਿਲੀਵਰੀ ਕੇਸ ਸੀਗਾ ਤੇ ਉਹ ਬੱਚਾ ਪੈਦਾ ਹੋਣ ਵਾਲਾ ਸੀ ਹਸਪੀਟਲ ਤੋਂ ਜਵਾਬ ਦਿੱਤਾ ਗਿਆ ਉਹ ਹਸਪੀਟਲ ਦੇ ਬਾਹਰ ਹੀ ਬੱਚੇ ਨੇ ਜਨਮ ਲਿਆ ਸਾਡੇ ਧਰਮਕੋਟ ਦੇ ਵਿੱਚ ਹੋਇਆ ਜੀ ਇਹ ਕੇਸ ਤੁਹਾਡੇ ਧਰਮਕੋਟ ਦਾ। ਚਲੋ ਨਹੀਂ, ਸਾਡੇ ਧਰਮਕੋਟ ਦਾ ਹੋਇਆ ਬਾਹਰ ਹਸਪੀਟਲ ਦੇ ਬਾਹਰ ਫੱਟੇ ਤੇ ਹੋਈ ਡਿਲੀਵਰੀ। ਕੈਮਰਾ ਸਾਹਿਬ ਉਹ ਪੁਲਿਸ ਵਾਲਿਆਂ ਨੇ ਕੀਤਾ ਸੀਗਾ ਜਦੋਂ ਹਾਂ ਪੁਲਿਸ ਵਾਲੇ ਨੇ ਗੱਲ ਕੀਤੀ। ਜਿਹੜੀਆਂ ਸਮੱਸਿਆਵਾਂ ਹੈਗੀਆਂ ਨਾ ਜੀ ਜਿੰਨੀ ਦੇਰ ਤੱਕ ਸਾਡੇ ਕੋਲ ਸਟਾਫ ਨਹੀਂ ਪੂਰਾ ਹੋਊਗਾ ਨਾ ਜੀ ਉਨੀ ਦੇਰ ਤੱਕ ਨਹੀਂ ਹੋ ਸਕਦੀਆਂ। ਤੁਸੀਂ ਹੁਣੇ ਗੱਲ ਕਰ ਰਹੇ ਮੇਰੀ ਗੱਲ ਸੀਗੇ ਸੁਣੋ। ਮੈਡੀਸਨ ਲਿਖਣ ਦੀ ਮੋਗਾ ਡੀਸੀ ਆਫਿਸ ਵੱਲੋਂ ਜਿਹੜਾ ਹੈਗਾ ਇੱਥੇ ਜਨ ਔਸ਼ਧ ਸੈਂਟਰ ਖੋਲ੍ਹਿਆ ਗਿਆ
ਪ੍ਰੈਸਕ੍ਰਿਪਸ਼ਨ ਨਹੀਂ ਹੈ, ਮੈਡੀਸਨ ਐਕਸਪਾਇਰ ਹੋ ਰਹੀ ਹੈ, ਉਹਨੂੰ ਕਿਉਂ ਨਹੀਂ ਦੇਖਦੇ ਜੀ? ਜਨ ਔਸ਼ਧ ਮੋਗਾ ਰੈੱਡ ਕਰਾਸ ਵੱਲੋਂ ਖੋਲ੍ਹਿਆ ਗਿਆ, ਕਿਵੇਂ ਖੋਲ੍ਹਿਆ ਗਿਆ, ਐਡਾ ਟੌਪ ਦਾ ਚੱਲਦਾ ਰਿਹਾ, ਲੇਕਿਨ ਉੱਥੇ ਪ੍ਰੈਸਕ੍ਰਿਪਸ਼ਨ ਨਹੀਂ ਜਾਂਦੀ ਹੈ, ਮੈਡੀਸਨ ਐਕਸਪਾਇਰ ਹੋ ਰਹੀ ਹੈਗੀ ਹੈ। ਇਸ ਦਾ ਪਤਾ ਕਰਨਾ ਹੈ ਪਹਿਲਾਂ ਅੱਗੇ ਨਾ ਅਸੀਂ ਇੱਥੇ ਆਏ ਕਾਹਦੇ ਵਾਸਤੇ ਆ? ਆਏ ਕਾਹਦੇ ਵਾਸਤੇ ਆ? ਜਿਹੜੀ ਆਹ ਪ੍ਰੋਬਲਮ ਹੈ ਇਹਨਾਂ ਨੂੰ ਸੋਲਵ ਕਰਨਾ ਹੈ। ਇਹ ਪ੍ਰੋਬਲਮ ਜਿਹੜੀਆਂ ਹੈਗੀਆਂ ਨਾ ਸਰ, ਪਹਿਲਾਂ ਅਸੀਂ ਸੁਣਨੀ ਹੈ ਨਾ, ਇਹ ਸਾਨੂੰ ਆਪਣੀ ਪ੍ਰੋਬਲਮ ਦੱਸਣਗੇ, ਜਿਹੜੀਆਂ ਸਾਨੂੰ ਪਤਾ ਅਸੀਂ ਇਹਨਾਂ ਨੂੰ ਦੱਸਾਂਗੇ, ਜਿਹੜੀਆਂ ਤੁਹਾਨੂੰ ਪਤਾ ਉਹ ਤੁਸੀਂ ਦੱਸੋ। ਆਪਾਂ ਦੇਖੋ ਪੰਜਾਬ ਨੂੰ ਇਕੱਲੇ ਕੇਜਰੀਵਾਲ ਸਾਹਿਬ ਨੇ ਨਹੀਂ ਚਲਾਉਣਾ, ਇਕੱਲੇ ਭਗਵੰਤ ਮਾਨ ਜੀ ਨੇ ਨਹੀਂ ਚਲਾਉਣਾ, ਅਸੀਂ ਬਾਕੀ ਐਮਐਲਏ ਨਹੀਂ ਚਲਾਉਣਾ, ਆਪਾਂ ਸਾਰਿਆਂ ਨੇ ਪਬਲਿਕ ਚਲਾਉਣਾ, ਦਾ ਵੀ ਸਹਿਯੋਗ ਚਾਹੀਦਾ, ਆਪਾਂ ਸਾਰਿਆਂ ਨੇ ਚਲਾਉਣਾ। ਇਸ ਦੇ ਵਿੱਚ ਅੱਛਾ ਜਿਹੜੀ ਮੈਂ ਗੱਲ ਕਰ ਰਿਹਾ ਸੀ ਬੱਚੇ ਦਾ, ਉਹ ਜਨਮ ਹੋ ਗਿਆ ਸੀਗਾ, ਦੇਖੋ ਬਹੁਤ ਚੀਜ਼ਾਂ ਹੁੰਦੀਆਂ ਜਿਹੜੀਆਂ ਮੁਆਫ ਕੀਤੀਆਂ ਜਾ ਸਕਦੀਆਂ, ਤੇ ਇਹ ਬਿਲਕੁਲ ਮੁਆਫੀਯੋਗ ਨਹੀਂ ਹੈ। ਪੰਜਾਬ ਸਰਕਾਰ ਇਸ ਗੱਲ ਨੂੰ ਕਦੇ ਵੀ ਮਾਫ ਨਹੀਂ ਕਰੂਗੀ। ਜੇ ਕੋਈ ਡਾਕਟਰਾਂ ਨੂੰ ਕਲੀਨ ਚਿੱਟ ਮਿਲ ਗਈ ਸੀ, ਇਸ ਕਰਕੇ ਦੇਖੋ ਜੋ ਪਹਿਲਾਂ ਹੋ ਗਿਆ ਉਹਨੂੰ ਛੱਡੋ, ਪਹਿਲਾਂ ਤਾਂ ਬੜਾ ਕੁਝ ਹੋਇਆ ਬਾਅਦ। ਸਰ ਜਿਹੜੀਆਂ ਆਪਾਂ ਸਮੱਸਿਆਵਾਂ ਸੁਣ ਰਹੇ ਨਾ ਜੀ, ਇਹ ਸਮੱਸਿਆਵਾਂ ਅੱਜ ਦੀਆਂ ਨਹੀਂ, ਪਿਛਲੇ 10 ਸਾਲ ਆਪਾਂ ਪਿਛਲੇ 10 ਸਾਲ ਕਿਉਂ ਕੋਈ ਸੈਂਟਰ ਕਿਉਂ ਨਹੀਂ ਬੈਠਾ? ਤੁਸੀਂ ਦੱਸੋ ਪੰਜਾਬ ਆਪਣੇ ਮੋਗਾ ਜ਼ਿਲ੍ਹਾ ਦੇ ਜਦੋਂ ਤੁਹਾਡੇ ਦੇਸ਼ ਆਜ਼ਾਦ ਹੋਇਆ, ਦੱਸੋ ਸਾਰੇ ਜ਼ਿਲ੍ਹੇ ਦੇ 4 ਪਹਿਲੀ ਵਾਰ ਹੋਇਆ ਜੀ, 4 ਐਮਐਲਏ ਵੀ ਆਏ ਆ ਜੀ, ਇਹ ਵੀ ਪਹਿਲੀ ਵਾਰ ਹੀ ਦੇਖਣ ਨੂੰ ਪਹਿਲੀ ਵਾਰ ਹੋਇਆ ਨਾ, ਬਿਲਕੁਲ ਫਸਟ ਟਾਈਮ। ਫਿਰ ਇਹ ਮਤਲਬ ਇਹ ਆਪਾਂ ਕਹਿ ਸਕਦੇ ਹਾਂ ਇਸ ਫਸਟ ਟਾਈਮ ਹੋਇਆ ਕਿ 4 ਐਮਐਲਏ ਜਦੋਂ ਉਹ 10 ਸਾਲ ਆਪਸ ਵਿੱਚ ਇਹ ਉਹਨਾਂ ਦਾ ਇਹ ਨਹੀਂ ਹੁੰਦਾ, ਇਹ ਨਹੀਂ ਹੁੰਦਾ। ਆਰਡਰ ਪਾਰਟੀਆਂ ਦੇ ਸੀ ਜਦੋਂ ਅਸੀਂ ਵਿਧਾਨ ਸਭਾ ਦੀਆਂ ਕਮੇਟੀਆਂ 'ਚ ਐਮਐਲਏ ਇਕੱਠੇ ਹੋ ਸਕਦੇ ਆ, ਵਿਧਾਨ ਸਭਾ ਦੇ 13 ਕਮੇਟੀਆਂ ਹੁੰਦੀਆਂ, 13 ਕਮੇਟੀਆਂ ਦੇ ਵਿੱਚ 9 ਐਮਐਲਏ ਹੁੰਦੇ ਵੱਖ-ਵੱਖ ਪਾਰਟੀਆਂ, ਜਦੋਂ ਅਸੀਂ ਉੱਥੇ ਇਕੱਠੇ ਹੋ ਸਕਦੇ, ਅਸੀਂ ਇੱਥੇ ਕਦੇ ਨਹੀਂ ਹੋ ਸਕਦੇ। ਇਹਦਾ ਮਤਲਬ ਅਸੀਂ ਲੋਕਾਂ ਨੂੰ ਧੋਖਾ ਕਰਦੇ ਆ, ਉੱਥੇ ਅਸੀਂ ਇਕੱਠੇ ਆ, ਇੱਥੇ ਚਲੋ ਇਹ ਤਾਂ ਡਾਕਟਰ ਸਾਹਿਬ ਇਹਨੂੰ ਥਿਓਰੀਟਿਕਲ ਗੱਲ ਹੈ। ਹਿੱਸਾ ਬੈਠੇ ਆ, ਇਹ ਪ੍ਰਪੋਜ਼ਲ ਹੋ ਸਕਦੀ ਹੈ ਜਿਹੜੀ ਜਨਰਲ ਫੀਸ ਆ ਉਹ ਆਪਾਂ ਕਿਤੇ ਪਬਲਿਕ ਪਲੇਸਿਸ ਤੇ ਇੱਕ ਦੋ ਉਹ ਵੀ ਓਪਨ ਕਰੀਏ, ਤਾਂ ਕਿ ਜੇ ਡਾਕਟਰ ਲਿਖ ਕੇ ਦਿੰਦਾ ਉਹ ਚੀਜ਼ਾਂ ਆਪਾਂ ਨੂੰ ਬਾਹਰੋਂ ਵੀ ਮਿਲ ਸਕਣ, ਉਹ ਲੋਕਾਂ ਨੂੰ ਮਤਲਬ ਉਸ ਰੇਟ ਤੇ ਜਿਹੜੀ ਉੱਥੋਂ ਮਿਲਦੀਆਂ, ਕਿਉਂਕਿ ਇੱਕ ਹੀ ਆ ਆਲ ਓਵਰ ਮੋਗਾ ਸਿਟੀ 'ਚ ਇੱਕ ਦੋ ਪ੍ਰਪੋਜ਼ਲ ਕਿਤੇ ਤੁਹਾਡੇ ਹੈਗਾ ਜਾਂ ਸਰਦਾਰ ਕਿਤੇ ਵੀ 2 ਜਾਂ 3 ਹੋਣ, ਲੋਕਾਂ ਨੂੰ ਉਹ ਚੀਜ਼ ਬੈਨੀਫਿਟ ਬੜਾ ਬਾਗਾ ਪ੍ਰੋਗਰਾਮ ਨਿਹਾਲ ਸਿੰਘ ਮੈਂ ਕੋਈ ਗੱਲ ਰਿਪੀਟ ਕਰ ਰਿਹਾ, ਜਿਹੜੀ ਮੈਂ ਬੱਚੀ ਵਾਲੀ ਗੱਲ ਕੀਤੀ, ਕਿਉਂਕਿ ਉਦੋਂ ਮੈਂ ਇਲੈਕਸ਼ਨ ਲੜ ਰਿਹਾ ਸੀ, ਮੈਨੂੰ ਇਹਦਾ ਉਸ ਗੱਲ ਨੇ ਝਟਕਾ ਦਿੱਤਾ ਸੀ, ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਜੇ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਆ ਤੇ ਪੰਜਾਬ ਸਰਕਾਰ ਇਹਨੂੰ ਕਦੇ ਵੀ ਮੁਆਫ ਨਹੀਂ ਕਰੂਗੀ। ਇਸ ਕਰਕੇ ਜਿੰਨੇ ਵੀ ਤੁਹਾਡੇ ਹਸਪੀਟਲ ਨੇ, ਡਿਸਪੈਂਸਰੀ ਨੇ, ਉਹਨਾਂ ਦੇ ਵਿੱਚ ਜਿਹੜੇ ਤੁਹਾਡੇ ਡਾਕਟਰ ਆ ਸੰਬੰਧਿਤ, ਉਹਨਾਂ ਨੂੰ ਇਸ ਗੱਲ ਦੀ ਹਦਾਇਤ ਕਰ ਦਿਓ, ਬੱਚਾ ਮਤਲਬ ਉਹਦਾ ਟਾਈਮ ਲੱਗਦਾ ਨਹੀਂ ਹੈਗਾ, ਦਵਾਈ ਹੈਗੀ ਹੈ ਨਹੀਂ ਹੈਗੀ, ਕੇਰਾਂ ਨੂੰ ਅਟੈਂਡ ਕਰੋ, ਅਟੈਂਡ ਕਰਕੇ ਉਹਨੂੰ ਮੁੱਢਲੀ ਜਿਹੜੀ ਹੈਗੀ ਆ ਮੁੱਢਲੀ ਸਹਾਇਤਾ ਉਹ ਦਿਓ। ਉਸ ਤੋਂ ਬਾਅਦ ਉਹਦੇ ਕੰਡੀਸ਼ਨ ਮੁਤਾਬਕ ਤੁਸੀਂ ਡਾਕਟਰਾਂ ਤੁਹਾਨੂੰ ਜ਼ਿਆਦਾ ਪਤਾ, ਉਸ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਬਾਹਰ ਕਰੋ। ਇਹ ਨਾ ਹੋਵੇ ਵੀ ਉਹ ਦੂਸਰੇ ਲੇਡੀ ਵਿਚਾਰੀ ਬਾਹਰ ਬੈਠੀ ਹੈ ਜਾਂ ਬਾਹਰ ਖੜੀ ਹੈ, ਇੱਕਦਮ ਉਹਨੂੰ ਅਟੈਂਡ ਕਰੋ ਬਸ, ਹਾਂ ਉਹਨੂੰ ਬੈੱਡ ਦਿਓ, ਠੀਕ ਹੈ ਨਾ, ਬਾਕੀ ਕਾਰਵਾਈ ਬਾਅਦ ਦੀ ਹੈ। ਐਕਸਕਿਊਜ਼ ਮੀ, ਮੈਂ ਕਿੱਥੇ ਕਮੈਂਟ ਆਇਆ ਲਾਈਵ ਦੇ ਵਿੱਚ ਸਰਕਾਰਾਂ ਬਦਨਾਮ ਹੋ ਜਾਂਦੀਆਂ ਜੀ, ਕਿ ਉਹ ਕਹਿ ਰਿਹਾ ਕਿ ਬਲੱਡ ਬੈਂਕ ਦਾ ਸਟਾਫ ਰਾਤ ਨੂੰ ਡਰਿੰਕ ਕਰਕੇ ਸੁੱਤਾ ਹੋਇਆ ਸੀਗਾ। ਅਸੀਂ ਰਾਤ ਨੂੰ ਕਿਸੇ ਵੀ ਟਾਈਮ ਜੇ ਗੱਲ ਸਾਹਮਣੇ ਤੇ ਇਹਦੇ ਵਿੱਚ ਕਮੈਂਟ ਕੀਤਾ ਕਿਸੇ ਨੇ। ਕਿਹੜਾ ਜੀ? ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪੀਟਲ ਹੈ ਡਾਕਟਰ ਸਾਹਿਬ, ਕਿਹੜਾ ਕਿਸ ਦਿਨ ਦੀ ਗੱਲ ਹੈ ਜੀ ਇਹ? ਉਹਨਾਂ ਨੇ ਡਿਟੇਲ ਨਹੀਂ ਦਿੱਤੀ ਮੈਮ, ਉਹਨਾਂ ਨੇ ਇਸ ਲਿਖਿਆ ਕਿ ਇੱਥੇ ਮਤਲਬ ਬਲੱਡ ਬੈਂਕ ਦੇ ਵਿੱਚ ਸਟਾਫ ਹੈ ਜਿਹੜਾ ਡਰਿੰਕ ਕਰਕੇ ਕਮੈਂਟ ਪਾਇਆ ਜੀ, ਕਮੈਂਟ ਪਾਇਆ ਜੀ। ਓਕੇ ਨੋਟ ਕਰੋ ਜੀ। ਇਹਦੇ ਕੌਣ ਨੇ ਇੰਚਾਰਜ ਜੀ? ਐਸਐਮਓ ਸਿਵਲ ਹਸਪਤਾਲ ਹੈ ਡਾਕਟਰ ਡਾਕਟਰ ਸਾਹਿਬ? ਸੁਖਪ੍ਰੀਤ। ਹਾਂ ਸੁਖਪ੍ਰੀਤ ਜੀ, ਇਹ ਮਤਲਬ ਸਿਵਲ ਹਸਪਤਾਲ ਦੇ ਡਾਕਟਰ ਸਾਹਿਬ ਤੁਸੀਂ ਆਪ ਰਾਉਂਡ ਲਾਇਆ ਕਰੋ ਜੀ, ਦੂਜੇ ਚੌਥੇ ਦਿਨ ਹਫਤੇ ਬਾਅਦ ਆਪ ਚੈੱਕ ਕਰੋ, ਜੇ ਕੋਈ ਵੀ ਇਹੋ ਜਿਹੀ ਕੁਤਾਹੀ ਕਰਦਾ ਤੇ ਉਹਤੇ ਤੁਰੰਤ ਐਕਸ਼ਨ ਲਓ। ਤੇ ਅਸੀਂ ਤੁਹਾਨੂੰ ਬਿਨਾਂ ਦੱਸੇ ਅਸੀਂ ਵੀ ਰਾਉਂਡ ਲਾਵਾਂਗੇ। ਇੱਕ ਆਪਣਾ ਕੰਪਲੀਟ ਨੰਬਰ ਦਿਓ, ਤੁਸੀਂ ਇੱਕ ਕੰਪਲੀਟ ਨੰਬਰ ਕਰ ਦਿਓ, ਕੋਈ ਵੀ ਆਉਣਾ ਜਿਹੜਾ ਹਫਤੇ ਕੰਪਲੀਟ ਨੰਬਰ ਕਰ ਦਿਓ, ਕਿਸੇ ਵੀ ਤਰ੍ਹਾਂ ਦੀ ਕੋਈ ਕੰਪਲੇਂਟ ਹੋਵੇ ਇਹਦੇ ਤੇ ਕਾਲ ਆਵੇ ਕੋਈ ਵੀ, ਅਸੀਂ ਵੀ ਰਾਤ ਨੂੰ ਵੀ ਕਰ ਸਕਦੇ ਆ, ਉਹਦਾ ਰਿਪਲਾਈ ਚਾਹੀਦਾ, ਜਿੱਦਾਂ ਮਤਲਬ ਸਾਨੂੰ ਜਵਾਬ ਦੇ ਨੰਬਰ 104 ਤਾਂ ਹੈਗਾ ਹੀ ਹੈ 104 ਤੇ ਸਾਨੂੰ ਸਿੱਧੀ ਕੰਪਲੇਂਟ ਆਣੀ। ਉਹਨੂੰ ਅਟੈਂਡ ਕਰਨ ਵਾਸਤੇ ਹੈ ਨਾ ਤੁਹਾਡੇ ਕੋਲ ਸਟਾਫ ਹੈ ਹੈ ਪਰ ਆਪਣਾ ਹਸਪੀਟਲ ਦਾ ਵੀ ਦੇ ਦਾਂਗੇ, ਹਸਪੀਟਲ ਦਾ ਵੀ ਅਟੈਂਡ ਕਰਨ ਵਾਸਤੇ ਸਟਾਫ ਤਾਂ ਹੈ ਨਾ। ਹਾਂਜੀ ਹਾਂ ਬਸ ਨਹੀਂ ਸਰ, ਹਸਪੀਟਲ ਦਾ ਮਾਸਟਰ ਜਿਵੇਂ ਹਸਪੀਟਲ ਦਾ ਮਾਸਟਰ ਜੀ 104 ਵਾਲਾ ਤਾਂ ਕਦੇ ਮਿਲਦਾ ਨਹੀਂ ਮਿਲਦਾ, ਉਹ ਅਸੀਂ ਟ੍ਰਾਂਸਫਰ 104 ਨੰਬਰ ਟਰਾਈ ਕਰ ਰਹੇ 104 ਦੀ ਘਟ ਜਾਂਦੀ ਹੈ ਨਾ, ਜੇ ਤੁਹਾਡਾ 104 ਦੀ ਕੰਪਲੇਂਟ ਹੁੰਦੀ ਹੈ ਤਾਂ ਸਾਨੂੰ ਫੋਨ ਆਉਂਦਾ ਹੈ ਜਾਂ ਐਸਐਮਓ ਸਰ ਨੂੰ ਆਊਗਾ, ਜਿਵੇਂ ਆ ਡਰੱਗ ਸਟਾਫ ਦੀ ਜੇ ਕਿਸੇ ਨੇ 104 ਤੇ ਕੰਪਲੇਂਟ ਕਰਤੀ, ਨਾਲ ਦੀ ਨਾਲ ਉਹਨਾਂ ਕੋਲ ਨੰਬਰ ਹੈ ਸਾਡੇ ਐਸਐਮਓ ਸਿਵਲ ਸਰਜਨ ਦੇ, ਸਾਨੂੰ ਫੋਨ ਆਉਂਦਾ ਹੈ, ਫਿਰ ਡਾਕਟਰ ਸਾਹਿਬ ਉਸ ਵੇਲੇ ਜਾ ਕੇ ਪਰ ਆਪਾਂ ਆਪਣੀ ਲੋਕਲ ਵੀ ਕਰ ਲਾਸਟ ਟਾਈਮ ਪੀਰੀਅਡ ਦੇ ਵਿੱਚ
104 ਤੇ ਕਿੰਨੀਆਂ ਕੰਪਲੀਟਸ ਆਈਆਂ ਨੇ, ਕੋਈ ਡਿਟੇਲ ਹੈ ਉਹਨਾਂ ਦੇ ਕਿੰਨੇ ਐਕਸ਼ਨ ਹੋ ਗਏ? ਰਿਕਾਰਡ ਹੋਏਗਾ ਸਾਰਾ, ਉਹ ਦੇ ਦਾਂਗੇ ਤੁਹਾਨੂੰ ਸਾਰਾ ਰਿਕਾਰਡ। ਉਹਨਾਂ ਤੇ ਐਕਸ਼ਨ ਹੋਇਆ ਮਤਲਬ ਕੋਈ ਆਈਆਂ ਹੋਣਗੀਆਂ ਕਾਫੀ, ਕਿਸੇ ਤੇ ਐਕਸ਼ਨ ਕਿਸੇ ਤੇ ਹੋਇਆ ਹੋਵੇ? ਅਸੀਂ ਰਿਜ਼ੋਲਵ ਕਰ ਦਿੰਦੇ ਹਾਂ ਉਹ ਕੰਪਲੇਂਟਸ, ਜਿਵੇਂ ਕਿਸੇ ਦੀ ਜਿਵੇਂ ਸਪੋਜ਼ ਆਈ ਵੀ ਸਾਨੂੰ ਜੀ ਰੈਫਰ ਨਹੀਂ ਕਰ ਰਹੇ ਜਾਂ ਕੁਛ, ਉਦੋਂ ਅਸੀਂ ਰਿਜ਼ੋਲਵ ਕਰ ਦਿੰਦੇ ਹਾਂ। ਐਦਾਂ ਮਤਲਬ ਇਨਕੁਆਇਰੀ ਇਹ ਡਰਿੰਕ ਵਾਲਾ ਹੁਣ ਕਹਿੰਦੇ ਇਦਾਂ ਦੀਆਂ ਵੀ ਕੋਈ ਆਈ ਹੋਊਗੀ ਪਹਿਲਾਂ ਕਦੇ? ਪਹਿਲਾਂ ਕਿਹਨੇ ਗੌਰ ਨਹੀਂ ਕੀਤੀ? ਜੇ ਆਪਾਂ ਹੁਣ ਬੈਠੇ ਆ ਤਾਂ ਸਵਾਲ ਆ ਗਿਆ, ਪਹਿਲਾਂ ਕੋਈ ਬੈਠਾ ਹੀ ਨਹੀਂ, ਸਵਾਲ ਕਿੱਥੋਂ ਆਉਣਾ ਸੀ? ਬਿਲਕੁਲ। ਚਲੋ ਸਾਡੀ ਤਾਂ ਤੁਹਾਨੂੰ ਇਹੀ ਆ ਵੀ ਜਿਹੜੀਆਂ ਤੁਹਾਡੇ ਕੋਲ ਪਾਵਰਸ ਨੇ ਉਹਨਾਂ ਦਾ ਆਪਾਂ ਪੂਰੀਆਂ ਯੂਜ਼ ਕਰੋ। ਜੇ ਉਹਦੇ ਵਿੱਚ ਕਮੀ ਰਹਿੰਦੀ ਆ ਫਿਰ ਤੁਸੀਂ ਆਨਸਰੇਬਲ ਹੋਵੋਗੇ, ਤੇ ਜੇ ਕੋਈ ਉੱਪਰੋਂ ਗਵਰਨਮੈਂਟ ਦੀ ਸਾਈਡ ਤੋਂ ਆ ਤਾਂ ਅਸੀਂ ਤੁਹਾਡੇ ਕੋਲ ਆਏ ਆ, ਸਾਨੂੰ ਵੈਕੈਂਸੀ ਨੇ ਸਾਨੂੰ ਪਤਾ ਲੱਗਿਆ, ਉਹਦਾ ਅਸੀਂ ਆਪਣੇ ਲੈਵਲ ਤੇ ਐਫਰਟਸ ਕਰਾਂਗੇ ਨਾ। ਇਹ ਤਾਂ ਸਾਡਾ ਫਸਟ ਵਿਜ਼ਿਟ ਸੀਗਾ, ਅਸੀਂ ਇਨੀਸ਼ੀਅਲੀ ਤੁਹਾਨੂੰ ਇਹ ਦੱਸਿਆ ਤੁਹਾਡੇ ਐਚਓਡੀਜ਼ ਹੋਣਗੇ, ਡਿਪਾਰਟਮੈਂਟ ਦੇ ਸਾਰਿਆਂ ਦੇ ਹੈੱਡ ਹੋਣਗੇ, ਕਲੀਨਿੰਗ ਵਾਲਾ ਲੱਗ ਹੋਊਗਾ, ਉਹਨਾਂ ਦੀ ਸਾਡੇ ਤੋਂ ਜਾਣ ਤੋਂ ਬਾਅਦ ਘੰਟੇ ਬਾਅਦ ਮੀਟਿੰਗ ਬਿਠਾਇਓ, ਉਹਨਾਂ ਨੂੰ ਕਹੋ ਵੀ ਜਿੰਨਾ ਤੁਹਾਡੇ ਕੋਲ ਪਾਵਰ ਆ, ਜਿੰਨਾ ਗਵਰਨਮੈਂਟ ਨੇ ਤੁਹਾਨੂੰ ਦਿੱਤਾ ਹੋਇਆ ਉਹ ਪੂਰਾ ਹੋਣਾ ਚਾਹੀਦਾ। ਜੇ ਉਹਦੇ ਵਿੱਚ ਵੀ ਕਮੀ ਰਹਿੰਦੀ ਆ ਹੁਣ ਤੱਕ ਫਿਰ ਉਹ ਆਨਸਰੇਬਲ ਨੇ, ਤੁਸੀਂ ਆਪਣਾ ਐਕਸ਼ਨ ਲਓ, ਤੁਹਾਨੂੰ ਕੋਈ ਨਹੀਂ ਰੋਕੂਗਾ ਨਾ। ਤੁਹਾਨੂੰ ਕਿਸੇ ਦੀ ਕਾਲ ਆਵੇ ਭਾਈ ਤੁਸੀਂ ਉਹਨੂੰ ਸਸਪੈਂਡ ਕਰਤਾ, ਇਹ ਕਰਤਾ, ਅਸੀਂ ਤਾਂ ਚਾਰ ਬੈਠੇ ਹਾਂ, ਇਹ ਤੁਹਾਨੂੰ ਗਾਰੰਟੀ ਦਿੰਦੇ ਆ ਕਿਸੇ ਕਰਪਟ ਬੰਦੇ ਦੀ ਕਿਸੇ ਦੀ ਕੋਈ ਸਿਫਾਰਿਸ਼ ਨਹੀਂ ਹੋਊਗੀ, ਇਹ ਤੁਹਾਨੂੰ ਪ੍ਰੋਮਿਸ ਆ। ਥੈਂਕ ਯੂ ਜੀ। ਸਾਡੀ ਦਿੱਲੀ ਦੇ ਵਿੱਚ ਗਵਰਨਮੈਂਟ ਆ 3 ਵਾਰੀ ਲਗਾਤਾਰ ਬਣੀ, 3 ਵਾਰੀ ਇਸੇ ਕਰਕੇ ਬਣੀ ਹੈ ਕਿ ਅਸੀਂ ਲੋਕਾਂ ਨੂੰ ਹੈਲਥ ਸਿਸਟਮ ਵਧੀਆ ਦਿੱਤਾ ਔਰ ਐਜੂਕੇਸ਼ਨ ਸਿਸਟਮ ਵਧੀਆ ਦਿੱਤਾ, ਤੇ ਅਸੀਂ ਚਾਹੁੰਦੇ ਹਾਂ ਪੰਜਾਬ ਦੇ ਵਿੱਚ ਵੀ ਦਿੱਲੀ ਦੀ ਤਰ੍ਹਾਂ ਤੇ ਹੈਲਥ ਸਿਸਟਮ ਹੋਵੇ। ਉਹ ਤਾਂ ਹੀ ਹੋਊਗਾ ਜੇ ਅਸੀਂ ਵੀ ਜਿਵੇਂ ਅੱਜ ਆਏ ਹਾਂ ਮਿਹਨਤ ਕਰਾਂਗੇ ਤੇ ਤੁਸੀਂ ਵੀ ਉੱਤੇ ਪੂਰੀ ਗੌਰ ਕਰੋਗੇ, ਇਹ ਤਾਂ ਹੋ ਸਕਦਾ। ਇੱਕ ਹੋਰ ਜਿਹੜਾ ਮੇਨ ਹੁੰਦਾ, ਬੜੀਆਂ ਚੀਜ਼ਾਂ ਨੇ ਉਹ ਆਪਣੇ ਨਾਲ ਟ੍ਰੀਟਮੈਂਟ ਦੇ ਨਾਲ ਨਹੀਂ ਰਿਲੇਟਡ ਹੁੰਦੀਆਂ ਨਾ, ਜਾਂ ਕਿਸੇ ਚੀਜ਼ ਦੇ ਸਿਗਨੇਚਰ ਹੋ ਗਏ, ਸਾਈਨ ਹੋ ਗਏ, ਜਾਂ ਕੋਈ ਸਰਟੀਫਿਕੇਟ ਆਉਂਦੇ ਨੇ ਉਹਨਾਂ ਦੇ ਡਾਕਟਰ ਦੇ ਸਾਈਨ ਹੁੰਦੇ ਨੇ। ਉਹਦੇ ਵਿੱਚ ਮੈਂ ਤਾਂ ਪਰਸਨਲੀ ਆਉਂਦਾ ਰਿਹਾ, ਇੱਕ ਦੋ ਕਿਸੇ ਚੀਜ਼ ਲਈ ਸਾਨੂੰ ਸਾਈਨ ਚਾਹੀਦੇ ਸੀ, ਉਹ ਸਾਨੂੰ ਬੰਦਾ ਨਹੀਂ ਮਿਲਿਆ, ਸਾਈਨ ਨਹੀਂ ਕੀਤੇ, ਤੇ ਜਦੋਂ ਪੈਸੇ ਦਿੱਤੇ ਤੇ ਨਾਲ ਦੀ ਨਾਲ ਸਾਈਨ ਲੱਗਿਆ। ਕਰਪਸ਼ਨ ਜ਼ੀਰੋ। ਜਿਹੜਾ ਵੀ ਕੋਈ ਬੰਦਾ ਡਿਊਟੀ ਤੇ ਆ, ਜੇ ਕਿਸੇ ਨੂੰ ਸਾਈਨ ਚਾਹੀਦੇ ਨੇ, ਬਾਹਰੋਂ ਕੋਈ ਲੋਕ ਆਉਂਦਾ, ਕਿਸੇ ਨੂੰ ਕੋਈ ਮੈਡੀਕਲ ਲੀਵ ਚਾਹੀਦੀ ਆ, ਮੈਡੀਕਲ ਸਰਟੀਫਿਕੇਟ ਚਾਹੀਦਾ ਕਿਸੇ ਵੀ ਚੀਜ਼ ਲਈ, ਜੇ ਉਦੋਂ ਤੱਕ ਮੈਂ ਤਾਂ ਅੱਧੀ ਰਾਤ ਨੂੰ ਵੀ ਆਵਾਂਗੇ, ਆਪਦਾ ਕਹਿ ਕੇ ਆਵਾਂਗੇ। ਜੇ ਉਹਦੇ ਵਿੱਚੋਂ ਆਪਣੇ ਡਿਪਾਰਟਮੈਂਟ ਦਾ ਕੋਈ ਕਰਪਸ਼ਨ ਲੈਂਦਾ, ਪਹਿਲਾਂ ਉਹਨਾਂ ਨੂੰ ਵਾਰਨਿੰਗ ਦੇ ਦਿਓ। ਸਾਨੂੰ ਲੋਕਾਂ ਨੇ ਇੱਕ ਮੌਕਾ ਦਿੱਤਾ ਤੇ ਅਸੀਂ ਆਪਦੇ ਦਾ ਮੌਕਾ ਆਪਦੇ ਕੋਲ ਰੱਖਣਾ ਸੀ, ਗਾਂ ਇੱਕ ਮੌਕਾ ਕਿਸੇ ਨੂੰ ਨਹੀਂ ਦੇਣਾ। ਤਾਂ ਤੁਸੀਂ ਪਹਿਲਾਂ ਉਹਨਾਂ ਨੂੰ ਕਹਿ ਦਿਓ, ਇਹ ਕਰ ਦਿਓ ਕਿ ਵੀ ਕਰਪਸ਼ਨ ਨਹੀਂ ਚਾਹੀਦੀ ਹਸਪੀਟਲ, ਜਿੱਥੇ ਸਿਰਫ ਸਿਗਨੇਚਰ ਦੇ ਵਿੱਚ, ਜਿੱਥੇ ਕੋਈ ਟ੍ਰੀਟਮੈਂਟ ਦੀ ਲੋੜ ਨਹੀਂ, ਕਿਸੇ ਬੈੱਡ ਦੀ ਲੋੜ ਨਹੀਂ, ਇਕੱਲਾ ਸਾਈਨ ਕਰਨੇ ਹੁੰਦੇ ਆਪਾਂ, ਉਹ ਵੀ ਮੈਰਿਟ ਦੇ ਬੇਸਿਸ ਤੇ, ਕਿਸੇ ਦੀ ਸਪਾਰਸ਼ ਦੇ ਫੋਨ ਦੇ ਬੇਸਿਸ ਤੇ ਵੀ ਮੈਰਿਟ ਬੇਸਿਸ ਤੇ ਕਰ ਦਿਓ। ਜਿੱਦਾਂ ਦੇ ਇਹ ਵੀ ਹੁਣ ਤੁਸੀਂ ਨੋਟ ਕਰ ਲਓ, ਸਾਰਿਆਂ ਨੂੰ ਬੁਲਾ ਕੇ ਮੀਟਿੰਗ ਸਾਰਿਆਂ ਨੂੰ ਇਹ ਇੰਸਟਰਕਸ਼ਨ ਦੇ ਦਿਓ, ਪੂਰੀਆਂ ਕੰਪਲੀਟ ਕਰ ਦਿਓ। ਤੇ ਹੁਣ ਇਦਾਂ ਦਾ ਕੁਝ ਨਹੀਂ। ਬਸ ਮੈਂ ਦੋ ਸਬਜੈਕਟ ਦੀ ਹੋਰ ਗੱਲ ਕਰਨੀ ਹੈ। ਇੱਕ ਜਦੋਂ ਬੰਦੇ ਦੀ ਡੈਥ ਹੋ ਜਾਂਦੀ ਹੈ, ਤੁਸੀਂ ਇੱਥੇ ਪੋਸਟਮਾਰਟਮ ਕਰਨਾ ਹੁੰਦਾ, ਤੇ ਕਈ ਵਾਰ ਤਾਂ ਜਿਹੜੀ ਸਾਨੂੰ ਸਾਡੇ ਕੋਲ ਆਉਂਦੇ ਲੋਕ, ਇੱਕ ਤਾਂ ਨੌਜਵਾਨ ਕਿਦਾਂ ਮਰ ਗਿਆ ਹੁੰਦਾ, ਘਰੇ ਰੋਜ਼ ਕਰਾਉਣ ਹੁੰਦਾ, ਫਿਰ ਉਹਨਾਂ ਦੇ ਮਦਰ ਫਾਦਰ ਰਿਸ਼ਤੇਦਾਰ ਬਾਹਰ ਹੁੰਦੇ ਆ, ਉਹ 3 ਦਿਨਾਂ ਬਾਅਦ ਬੋਡੀ ਆਉਂਦੀ ਹੈ ਜਾਂ ਕੋਈ ਹੋਰ, ਅੱਛਾ ਉੱਥੇ ਫਿਰ ਸਾਨੂੰ ਕਾਲ ਕਰਨੀ ਪੈਂਦੀ ਜੀ ਇਹਨਾਂ ਨੂੰ ਜਲਦੀ ਕਰਵਾ ਦਿਓ, ਇਸ ਤਰ੍ਹਾਂ ਦਾ ਨਾ ਹੋਵੇ। ਉਹ ਜਲਦੀ ਤੋਂ ਜਲਦੀ ਜਦੋਂ ਵੀ ਪੋਸਟਮਾਰਟਮ ਕਰਨਾ ਨਾਲ ਦੀ ਨਾਲ ਕਰਕੇ ਉਹਨਾਂ ਨੂੰ ਭੇਜੋ। ਤੇ ਇੱਕ ਜਿਹੜੇ ਹੈਂਡੀਕੈਪਟ ਵਿਚਾਰੇ ਉਹ ਤੁਰੇ ਫਿਰਦੇ ਆ, ਤੁਹਾਡੇ ਕੋਲੇ ਆਉਂਦੇ ਆ ਕਿਉਂਕਿ ਉਹਨਾਂ ਨੇ ਪੈਨਸ਼ਨ ਲਵਾਉਣੀ ਹੁੰਦੀ ਆ, ਹੋਰ ਬੈਨੀਫਿਟਸ ਲੈਣੇ ਹੁੰਦੇ ਆ, ਤੇ ਉਹ ਗੇੜੇ ਗੁੜੇ ਖਾ ਕੇ ਫਿਰ ਸਾਨੂੰ ਫੋਨ ਕਰਦੇ ਆ ਜੀ ਉੱਥੇ ਸਾਨੂੰ ਤਾਂ ਕੋਈ ਮਿਲਿਆ ਨਹੀਂ ਜੀ, ਪੁੱਛਿਆ ਨਹੀਂ ਜੀ, ਹੈ ਸਭ ਤੋਂ ਵੱਡਾ ਮੈਟਰ ਹੈ ਜੀ। ਹਾਂ, ਫਿਰ ਸਾਡੇ ਕੋਲ ਆਉਂਦੇ, ਫਿਰ ਅਸੀਂ ਫੋਨ, ਮੈਂ 5 ਸਾਲ ਹੰਢਾਇਆ ਜੀ, ਸਾਰਾ ਕੁਝ ਦੇਖਿਆ ਮੈਂ, ਫਿਰ ਮੈਂ ਫੋਨ ਕਰਨਾ, ਆ ਜੀ ਮੈਡਮ ਆ ਰਿਹਾ ਜੀ, ਡਾਕਟਰ ਸਾਹਿਬ ਆ ਰਹੇ ਨੇ, ਕਰੋ। ਉਹਦੇ ਵਿੱਚੋਂ ਇੱਕ ਦੋ ਹੋ ਜਾਂਦੇ ਸੀ, ਇੱਕ ਦੋ ਨਹੀਂ ਹੁੰਦੇ ਸੀ, ਇਹ ਪ੍ਰੋਬਲਮ ਨਹੀਂ ਹੁੰਦੀ ਸੀ। ਡਿਸੇਬਿਲਿਟੀ ਸਰਟੀਫਿਕੇਟ, ਹਾਂ, ਇੱਕ ਤਾਂ ਤੇਰਾ ਅੰਗਹੀਣ, ਇੱਕ ਘਰੋਂ ਗਰੀਬ ਆ, 100 ਰੁਪਇਆ ਕਿਰਾਇਆ ਕਿਤੋਂ ਮੰਗ ਕੇ ਲਿਆਇਆ, ਇੱਥੋਂ ਅੰਗਹੀਣ ਹੋਣ ਦੇ ਬਾਵਜੂਦ ਅੱਡੇ ਤੋਂ ਤੁਰ ਕੇ ਆਇਆ, ਇੱਥੇ ਫਿਰ ਗੇੜੇ ਖਾ ਕੇ ਫਿਰ ਮੁੜ ਗਿਆ, ਕੰਮ ਉਹਦਾ ਹੋਇਆ ਨਹੀਂ। ਇਹ ਨਹੀਂ ਹੋਣਾ ਚਾਹੀਦਾ, ਜਿਹਦੀ ਚੀਜ਼ ਜੋ ਉਹਨੂੰ ਅਲਰਟ ਕਰ ਦਿਓ। ਮੈਡਮ ਸਭ ਠੀਕ ਹੈ ਜੀ। ਇਹ ਆ ਵੀ ਆਪਦੇ ਹੁਣ ਜਿਹੜਾ ਤੁਹਾਡਾ ਸਟਾਫ ਆ, ਉਹ ਥੱਲੇ ਤੱਕ ਮੈਸੇਜ ਲਾ ਦਿਓ ਕਿ ਭਾਈ ਹੁਣ ਪਿਛਲੇ ਗੱਲਾਂ ਨਹੀਂ ਚੱਲਦੀਆਂ, ਕਰਪਸ਼ਨ ਜ਼ੀਰੋ। ਹਾਂ, ਜ਼ੀਰੋ ਟੋਲਰੈਂਸ ਆ ਕਰਪਸ਼ਨ ਦੇ ਵਿੱਚ, ਤੇ ਜ਼ੀਰੋ ਟੋਲਰੈਂਸ ਆ ਕਤਾਈ ਦੇ ਵਿੱਚ। ਜੇ ਕੋਈ ਆਪਦੀ ਡਿਊਟੀ ਦੇ ਵਿੱਚ ਕੋਈ ਕਤਾਈ ਕਰੂਗਾ, ਉਹਦੇ ਵਿੱਚ ਜ਼ੀਰੋ ਤੇ ਟਾਈਮਿੰਗ ਠੀਕ ਹੈ ਜੀ। ਥੱਲੇ ਤੱਕ ਮੈਸੇਜ ਪਹੁੰਚ ਜਾਵੇ ਤੁਹਾਡਾ। ਇਹ ਪੰਜਾਬ ਦੀ ਮੀਟਿੰਗ ਹੈ। ਚਲੋ ਅੰਮ੍ਰਿਤ